ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਬਾਰੇ। ਪੀਸੀਐਸ ਦੇ ਐਗਜ਼ਾਮ ਦੇ ਵਿੱਚ ਪੰਜਾਬ ਦੀ ਹਿਸਟਰੀ ਬਾਰੇ ਬਹੁਤ ਸਾਰੇ ਕੁਐਸਚਨ ਆਮ ਤੌਰ ਤੇ ਪੁੱਛੇ ਜਾਂਦੇ ਹਨ ਔਰ ਉਹਨਾਂ ਕੁਐਸਚਨਸ ਦੇ ਵਿੱਚ ਬਰੀਕੀਆਂ ਹੁੰਦੀਆਂ ਨੇ ਜਿਹੜੀਆਂ ਕਿ ਆਮ ਤੌਰ ਤੇ ਆਪਾਂ ਨੂੰ ਕਿਤੇ ਨਹੀਂ ਮਿਲਦੀਆਂ। ਜਦੋਂ ਆਪਾਂ ਪੰਜਾਬ ਦੀ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪੰਜਾਬ ਦਾ ਪਿਛੋਕੜ ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਔਰ ਪੰਜਾਬ ਦਾ ਮਤਲਬ ਆਮ ਤੌਰ ਤੇ ਸਭ ਨੂੰ ਪਤਾ ਹੈ ਕਿ ਪੰਜ ਆਬ, ਪੰਜ ਦਰਿਆਵਾਂ ਦੀ ਧਰਤੀ ਨੂੰ ਪੰਜਾਬ ਕਿਹਾ ਜਾਂਦਾ ਹੈ। ਪਹਿਲੀ ਗੱਲ ਤਾਂ ਅੱਜ ਦੀ ਤਾਰੀਖ ਦੇ ਵਿੱਚ ਪੰਜਾਬ ਜਿਹੜਾ ਅੱਜ ਦਾ ਪੰਜਾਬ ਹੈ ਇਹਦੇ ਤਾਂ ਪੰਜ ਦਰਿਆ ਹੀ ਹੈ ਨਹੀਂ, ਤਾਂ ਇਹਨੂੰ ਪੰਜਾਬ ਕਹਿਣਾ ਕਿਤੇ ਨਾ ਕਿਤੇ ਮਿਸਨੂਮਰ ਹੋ ਗਿਆ। ਪਰ ਚਲੋ ਆਪਾਂ ਗੱਲ ਕਰੀਏ ਕਿ ਜਿਹੜਾ ਅੱਜ ਦਾ 50,000 ਸਕੁਅਰ ਕਿਲੋਮੀਟਰ ਵਾਲਾ ਪੰਜਾਬ ਸਾਡੇ ਕੋਲ ਬਚਿਆ ਹੈ ਉਹਦੀ ਪੁਰਾਣੀ ਹਿਸਟਰੀ ਕੀ ਹੈ ਔਰ ਇਹ ਅੱਜ ਜੋ ਬਣਿਆ ਹੈ ਇਹ ਕਿਵੇਂ ਬਣਿਆ ਹੈ, ਇਹਦਾ ਪਿਛੋਕੜ ਕੀ ਹੈ। ਤਾਂ ਮੈਂ ਥੋੜਾ ਜਿਹਾ ਤੁਹਾਨੂੰ ਪਹਿਲਾਂ ਲੈ ਕੇ ਚੱਲਦਾ ਕਿ 1947 ਦੇ ਵਿੱਚ ਕੀ ਪੋਜੀਸ਼ਨ ਸੀ ਪੰਜਾਬ ਦੀ, ਫਿਰ ਆਪਾਂ ਥੋੜਾ ਜਿਹਾ ਉਸ ਤੋਂ ਹੋਰ ਪਹਿਲਾਂ ਚੱਲਾਂਗੇ ਕਿ ਇਹ ਪੰਜਾਬ ਦਾ ਜਿਹੜਾ ਨਕਸ਼ਾ ਹੁਣ ਬਣਿਆ ਇਹ ਕਿਵੇਂ ਇਸ ਮੁਕਾਮ ਤੇ ਪਹੁੰਚਿਆ ਹੈ। ਜਦੋਂ ਗੱਲ ਕਰੀਏ 1947 ਦੀ, ਜਦੋਂ ਇੰਡੀਆ ਦੀ ਪਾਰਟੀਸ਼ਨ ਹੋਈ ਔਰ ਇੰਡੀਆ ਦੀ ਪਾਰਟੀਸ਼ਨ ਦੇ ਵਿੱਚ ਬੇਸਿਕਲੀ ਦੋ ਸੂਬੇ ਵੰਡੇ ਗਏ, ਇੱਕ ਤਾਂ ਪੰਜਾਬ ਔਰ ਦੂਜਾ ਬੰਗਾਲ। ਬਾਕੀ ਹਿੰਦੁਸਤਾਨ ਦਾ ਜਿਹੜਾ ਹਿੱਸਾ ਸੀ ਉਹ ਕੋਈ ਵੰਡਿਆ ਨਹੀਂ ਗਿਆ। ਪੰਜਾਬ ਤੇ ਬੰਗਾਲ ਨੂੰ ਇਹੀ ਸੰਤਾਪ ਉਹ ਜਿਹੜਾ ਭੋਗਣਾ ਪਿਆ, ਇਹੀ ਦੋ ਸੂਬਿਆਂ ਨੂੰ ਭੋਗਣਾ ਪਿਆ। ਸੋ ਜਿਹੜਾ ਉਸ ਵੇਲੇ ਪੰਜਾਬ ਸੀ ਉਹਦਾ ਰਕਬਾ ਕਿੰਨਾ ਸੀ? ਦੈਟ ਵਾਜ਼ ਅਪਰੋਕਸੀਮੇਟਲੀ 1,38,000 ਸਕੁਅਰ ਮਾਈਲਸ। ਕਿਲੋਮੀਟਰ ਦੀ ਗੱਲ ਨਹੀਂ ਕਰ ਰਿਹਾ ਮੈਂ, ਸਕੁਅਰ ਮਾਈਲਸ ਦੇ ਕਰੀਬ ਪੰਜਾਬ ਦਾ ਰਕਬਾ ਸੀ। ਔਰ ਉਹਦੇ ਵਿੱਚੋਂ ਉਸ ਪੰਜਾਬ ਨੂੰ ਅਸੀਂ ਨਾ ਦੋ ਹਿੱਸਿਆਂ ਵਿੱਚ ਵੰਡ ਕੇ ਚੱਲਦੇ ਹਾਂ। ਇੱਕ ਤਾਂ ਪ੍ਰੋਵਿੰਸ਼ੀਅਲ ਪੰਜਾਬ, ਮੈਂ ਲਿਖ ਦਿੰਦਾ ਇੱਥੇ, ਇੱਕ ਤਾਂ ਪ੍ਰੋਵਿੰਸ, ਪੰਜਾਬ ਪ੍ਰੋਵਿੰਸ, और दूसरा प्रिंसली स्टेट्स। प्रिंसली स्टेट्स, प्रिंसली स्टेट्स दैट मीन्स के छोटे मोटे राजे, पटियाला, नाभा, जींद, फरीदकोट, कपूरथला, इस तरह दियां टोटल रियासतां मिला के तकरीबन भारत दे विच उस वेले 43 there were 43 princely states in the Punjab। ठीक है जी, ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਪੰਜਾਬ ਦੇ ਵਿੱਚ ਉਸ ਵੇਲੇ 43 ਪ੍ਰਿੰਸਲੀ ਸਟੇਟਸ ਸੀਗੀਆਂ ਔਰ ਪੰਜਾਬ ਪ੍ਰੋਵਿੰਸ ਨਾ, ਇਹਦਾ ਮਤਲਬ ਕੀ ਹੈ ਸਾਡਾ ਪ੍ਰੋਵਿੰਸ ਦਾ ਤੇ ਪ੍ਰਿੰਸਲੀ ਸਟੇਟਸ ਦਾ? ਕਿ ਪ੍ਰਿੰਸਲੀ ਸਟੇਟ ਦੇ ਵਿੱਚ ਉੱਥੇ ਦੇ ਰਾਜੇ ਕਾਇਮ ਸੀ ਜਿਨ੍ਹਾਂ ਦੀ ਕਿ ਬ੍ਰਿਟਿਸ਼ ਸਰਕਾਰ ਦੇ ਨਾਲ ਸੰਧੀ ਹੋਈ ਸੀ ਕਿ ਉਹਨਾਂ ਨੇ ਬ੍ਰਿਟਿਸ਼ ਸਰਕਾਰ ਦੀ ਸੋਵਰੇਨਟੀ ਜਿਹੜੀ ਹੈਗੀ ਆ ਉਹਨੂੰ ਐਕਸੈਪਟ ਕੀਤੀ ਹੋਈ ਹੈ ਔਰ ਉਹ ਬ੍ਰਿਟਿਸ਼ ਐਮਪਾਇਰ ਦਾ ਇੱਕ ਇੰਡੀਪੈਂਡੈਂਟ ਐਜ਼ ਏ ਇੰਡੀਪੈਂਡੈਂਟ ਕਿੰਗਡਮਸ ਉਹਨਾਂ ਦੇ ਨਾਲ ਸੰਧੀ ਹੋਈ ਵੀ ਸੀ। ਔਰ ਪ੍ਰੋਵਿੰਸ ਦਾ ਮਤਲਬ ਕੀ ਹੈ ਕਿ ਉਹ ਇਲਾਕਾ ਜਿਹੜਾ ਕਿ ਬ੍ਰਿਟਿਸ਼ ਸਰਕਾਰ ਦੇ ਡਾਇਰੈਕਟਲੀ ਹੁਕੂਮਤ ਦੇ ਅੰਡਰ ਸੀ। ਦੈਟ ਮੀਨਸ ਬੇਸਿਕਲੀ ਉਹ ਇਲਾਕਾ ਜਿਹੜਾ ਕਿ ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿੱਚ ਕੀਤਾ, ਉਹਨੂੰ ਅਸੀਂ ਕਹਿੰਦੇ ਹਾਂ ਪੰਜਾਬ ਪ੍ਰੋਵਿੰਸ ਕਹਿੰਦੇ ਹਾਂ। ਔਰ ਬਾਕੀ ਸਟੇਟਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਅਸੀਂ ਪ੍ਰਿੰਸਲੀ ਸਟੇਟਸ ਕਹਿੰਦੇ ਹਾਂ। ਔਰ ਇਹ ਜਿਹੜਾ 1,38,000 ਸਕੁਅਰ ਮਾਈਲਸ ਦਾ ਹਿੱਸਾ ਸੀਗਾ, ਇਹਦੇ ਵਿੱਚੋਂ ਅਪਰੋਕਸੀਮੇਟਲੀ ਜੇ ਆਪਾਂ ਗੱਲ ਕਰੀਏ ਤਾਂ 70% ਏਰੀਆ ਜਿਹੜਾ ਸੀਗਾ ਇਹ ਬ੍ਰਿਟਿਸ਼ ਸਰਕਾਰ ਦੇ ਕੋਲ ਸੀ ਔਰ ਬਾਕੀ ਜਿਹੜਾ ਹਿੱਸਾ ਸੀਗਾ ਇਹ ਪ੍ਰਿੰਸਲੀ ਸਟੇਟਸ ਦੇ ਕੋਲ ਸੀਗਾ। ਸੋ ਦੈਟ ਮੀਨਸ ਅਪਰੋਕਸੀਮੇਟਲੀ, ਮੈਂ ਅਪਰੋਕਸੀਮੇਟਲੀ ਦੀ ਗੱਲ ਕਰ ਰਿਹਾ ਕਿ 70% ਏਰੀਆ ਇਹ ਜਿਹੜਾ ਸੀਗਾ ਦੈਟ ਵਾਜ਼ ਅੰਡਰ ਦਾ ਬ੍ਰਿਟਿਸ਼ ਕੰਟਰੋਲ ਔਰ ਅਪਰੋਕਸੀਮੇਟਲੀ 30% ਜਿਹੜਾ ਹਿੱਸਾ ਸੀਗਾ that was under the princely states। now this was the position ਕਿ ਇਹ ਪੰਜਾਬ ਸੀ ਉਸ ਵੇਲੇ ਦਾ। ਔਰ ਜਦੋਂ ਪੰਜਾਬ ਦੀ ਵੰਡ ਹੋਈ ਤਾਂ ਪੰਜਾਬ ਨੂੰ ਵੰਡਿਆ ਗਿਆ। ਵੰਡਿਆ ਕਿਹਨੂੰ ਗਿਆ? ਪ੍ਰੋਵਿੰਸ ਨੂੰ ਵੰਡਿਆ ਗਿਆ। ਪੰਜਾਬ ਪ੍ਰੋਵਿੰਸ ਨੂੰ ਵੰਡਿਆ ਗਿਆ। ਪੰਜਾਬ ਪ੍ਰੋਵਿੰਸ ਨੂੰ ਵੰਡਿਆ ਗਿਆ।
ठीक है। ਪ੍ਰਿੰਸਲੀ ਸਟੇਟਸ ਦੀ ਡਿਵੀਜ਼ਨ ਨਹੀਂ ਹੋਈ, ਪੰਜਾਬ ਪ੍ਰੋਵਿੰਸ ਨੂੰ ਵੰਡਿਆ ਗਿਆ, ਠੀਕ ਹੈ ਜੀ। ਔਰ ਉਹ ਪੰਜਾਬ ਜਦੋਂ ਵੰਡਿਆ ਗਿਆ, ਇਹਨੂੰ ਦੋ ਹਿੱਸਿਆਂ ਦੇ ਵਿੱਚ, ਇੱਕ ਵੈਸਟ ਪੰਜਾਬ ਤੇ ਇੱਕ ਈਸਟ ਪੰਜਾਬ, ਦੂਸਰਾ ਈਸਟ ਪੰਜਾਬ। ਨਾਓ ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ, ਠੀਕ ਹੈ ਜੀ, ਕਿ ਇਹ ਪੰਜਾਬ ਵੰਡਿਆ ਗਿਆ। ਪ੍ਰਿੰਸਲੀ ਸਟੇਟਸ ਦਾ ਕੀ ਹੋਇਆ? ਤਾਂ ਫਿਰ ਆਪਾਂ ਇਹ ਵੀ ਗੱਲ ਸਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਪ੍ਰਿੰਸਲੀ ਸਟੇਟਸ ਦਾ ਕੀ ਹੋਇਆ। ਪ੍ਰਿੰਸਲੀ ਸਟੇਟਸ ਨੂੰ ਇਹ ਹਕੂਕ ਦਿੱਤੇ ਗਏ, ਇਹ ਹੱਕ ਦਿੱਤੇ ਗਏ ਕਿ ਉਹ ਜਿੱਥੇ ਜੋ ਚਾਹਣ ਉਹ ਕਰ ਸਕਦੀਆਂ ਨੇ। ਇਹਦਾ ਮਤਲਬ ਕਿ ਜੇ ਉਹ ਹਿੰਦੁਸਤਾਨ 'ਚ ਸ਼ਾਮਿਲ ਹੋਣਾ ਚਾਹੁੰਦੇ ਤਾਂ ਹਿੰਦੁਸਤਾਨ 'ਚ ਸ਼ਾਮਿਲ ਹੋ ਜਾਣ, ਜੇ ਉਹ ਪਾਕਿਸਤਾਨ 'ਚ ਸ਼ਾਮਿਲ ਹੋਣਾ ਚਾਹੁੰਦੇ ਤਾਂ ਪਾਕਿਸਤਾਨ 'ਚ ਸ਼ਾਮਿਲ ਹੋ ਜਾਣ, ਔਰ ਇਨ ਕੇਸ ਉਹ ਆਪਣੀ ਇੰਡੀਪੈਂਡੈਂਸ ਮੇਨਟੇਨ ਕਰਨਾ ਚਾਹੁੰਦੇ ਨੇ ਤਾਂ ਉਹ ਆਪਣੀ ਇੰਡੀਪੈਂਡੈਂਸ ਵੀ ਮੇਨਟੇਨ ਕਰ ਸਕਦੇ ਨੇ। ਸੋ ਦੈਟ ਵਾਸ ਦਾ ਪੋਜੀਸ਼ਨ ਕਿ ਉਸ ਵੇਲੇ ਪ੍ਰਿੰਸਲੀ ਸਟੇਟਸ ਸੀਗੀਆਂ, ਉਹਨਾਂ ਨੂੰ ਇਹ ਹਕੂਕ ਦਿੱਤੇ ਗਏ ਕਿ ਉਹ ਜੇ ਉਹ ਹਿੰਦੁਸਤਾਨ ਦੇ ਨਾਲ ਜਾਣਾ ਚਾਹਣ ਉਹ ਹਿੰਦੁਸਤਾਨ ਸ਼ਾਮਿਲ ਹੋ ਜਾਣ, ਜੇ ਉਹ ਇੰਡੀਪੈਂਡੈਂਟ ਰਹਿਣਾ ਚਾਹਣ ਤਾਂ ਉਹ ਇੰਡੀਪੈਂਡੈਂਟ ਰਹਿ ਸਕਦੇ ਨੇ। ਇਹਨਾਂ 43 ਸਟੇਟਾਂ ਦੇ ਵਿੱਚੋਂ ਸਿਰਫ ਇੱਕ ਸਟੇਟ ਸੀ ਜਿਹੜੀ ਕਿ ਪਾਕਿਸਤਾਨ ਦੇ ਵਿੱਚ ਸ਼ਾਮਿਲ ਹੋਈ। ਬਾਕੀ 42 ਸਟੇਟਾਂ ਨੇ ਇਹ ਡਿਸਾਈਡ ਕੀਤਾ ਕਿ ਅਸੀਂ ਹਿੰਦੁਸਤਾਨ ਦੇ ਨਾਲ ਜਾਣਾ ਹੈ, ਠੀਕ ਹੈ। ਦੈਟ ਵਾਸ ਦਾ ਪੋਜੀਸ਼ਨ। ਹੁਣ ਇੱਕ ਚੀਜ਼ ਹੋਰ ਜਿਹੜੀ ਕਿ ਤੁਹਾਨੂੰ ਮੈਂ ਦੱਸ ਦਿਆਂ ਕਿ ਉਸ ਵੇਲੇ ਜਿਹੜਾ ਸਾਂਝਾ ਪੰਜਾਬ ਸੀ, ਠੀਕ ਹੈ ਜੀ, ਮਕਬੂਲ ਪੰਜਾਬ ਸੀ, ਉਹਦੇ ਵਿੱਚ ਜੇ ਗੱਲ ਕਰੀਏ ਤਾਂ ਪੋਪੂਲੇਸ਼ਨ ਉਹ ਕਿਸ ਤਰ੍ਹਾਂ ਸੀ? ਤਕਰੀਬਨ 53% ਜਿਹੜੀ ਪੋਪੂਲੇਸ਼ਨ ਸੀਗੀ, 53% ਪੋਪੂਲੇਸ਼ਨ ਇਟ ਵਾਸ ਮੁਸਲਿਮ ਪੋਪੂਲੇਸ਼ਨ, ਔਰ ਜਿਹੜੀ ਹਿੰਦੂ ਪੋਪੂਲੇਸ਼ਨ ਜਿਹੜੀ ਸੀਗੀ ਇਟ ਵਾਸ ਅਰਾਊਂਡ 29%। ਹਾਂਜੀ, ਇਹ ਕਿੰਨੀ ਹੋ ਗਈ ਸਾਡੀ ਹੁਣ ਟੋਟਲ ਮਿਲਾ ਕੇ ਇਹ ਦੈਟ, ਔਰ 14.9, ਠੀਕ ਹੈ ਜੀ, 14.9 ਜਾਂ ਆਪਾਂ ਨੂੰ 15 ਮੰਨ ਲਈਏ, 15% ਪੋਪੂਲੇਸ਼ਨ ਸਿੱਖਾਂ ਦੀ ਪੋਪੂਲੇਸ਼ਨ ਸੀ। ਦੈਟ ਮੀਨ 9 ਤੇ 3 12 ਤੇ 12 ਤੇ 5 17, 1 6 ਤੇ 2 8 ਤੇ 1 9, ਠੀਕ ਹੈ ਜੀ। ਬਾਕੀ ਜਿਹੜੀ ਮਿਸਲੇਨੀਅਸ ਪੋਪੂਲੇਸ਼ਨ ਦੈਟ ਇਜ਼ ਕ੍ਰਿਸਚੀਅਨਸ, ਬੁੱਧਿਸਟ ਐਂਡ ਅਦਰਸ, ਠੀਕ ਹੈ। ਦੈਟ ਵਾਸ ਦਾ ਕੰਪੋਜੀਸ਼ਨ ਆਫ ਪੋਪੂਲੇਸ਼ਨ ਐਟ ਦ ਟਾਈਮ ਆਫ ਇੰਡੀਪੈਂਡੈਂਸ ਇਨ ਪੰਜਾਬ, ਠੀਕ ਹੈ। ਔਰ ਇਹ ਪੰਜਾਬ ਜਿਹੜਾ ਸੀਗਾ ਇਹ 1947 ਦੇ ਵਿੱਚ ਵੰਡਿਆ ਗਿਆ, ਔਰ ਇਹਦੀ ਡਿਵੀਜ਼ਨ ਜਿਹੜੀ ਸੀਗੀ ਉਹ ਕਿਵੇਂ ਹੋਈ ਉਹਦੀ ਆਪਾਂ ਹੁਣ ਗੱਲ ਕਰਦੇ ਹਾਂ ਕਿ ਡਿਵੀਜ਼ਨ ਕਿਵੇਂ ਹੋਈ, ਠੀਕ ਹੈ। ਤਾਂ ਹੁਣ ਆਪਾਂ ਥੋੜਾ ਪਿਛੋਕੜ ਤੇ ਵੀ ਚੱਲਦੇ ਹਾਂ। ਪਹਿਲਾਂ ਇਸ ਚੀਜ਼ ਨੂੰ ਪੂਰਾ ਕਰ ਲਈਏ ਕਿ ਜਦੋਂ ਇਹ ਇੰਡੀਆ ਦੀ ਇੰਡੀਪੈਂਡੈਂਸ ਹੋਈ ਤਾਂ ਜਿਹੜੀਆਂ ਪੰਜਾਬ ਦੇ ਵਿੱਚ ਕੁਝ ਸਟੇਟਾਂ ਜਿਹੜੀਆਂ ਸੀਗੀਆਂ, ਠੀਕ ਹੈ, ਕੁਝ ਸਟੇਟਾਂ ਨੂੰ ਮਿਲਾ ਕੇ ਤਾਂ ਹਿਮਾਚਲ ਪ੍ਰਦੇਸ਼ 'ਚ ਮਰਜ ਕਰ ਦਿੱਤਾ ਗਿਆ, ਠੀਕ ਹੈ ਜੀ। ਜਿਹੜੇ ਕਿ ਪਹਾੜੀ ਸਟੇਟਾਂ ਸੀਗੀਆਂ, ਉਹਨਾਂ ਪਹਾੜੀ ਸਟੇਟਾਂ ਦਾ ਵੀ ਇੱਕ ਨਾਮ ਹੁੰਦਾ ਸੀਗਾ, ਜੇ ਤੁਸੀਂ ਕਿਤੇ ਪੜ੍ਹਿਆ ਹੋਵੇ, ਕਿਉਂਕਿ ਮੈਂ ਪੰਜਾਬ ਦੀ ਹਿਸਟਰੀ ਬਾਰੇ ਕਾਫੀ ਕੁਝ ਪੜ੍ਹਿਆ ਵੀ ਹੈ ਔਰ ਇਹਦੇ ਬਾਰੇ ਜਾਣਕਾਰੀ ਰੱਖਦਾ। ਤਾਂ ਉਹ ਜਿਹੜੀ ਪਹਾੜੀ ਸਟੇਟਾਂ ਸੀ ਉਹਨਾਂ ਨੂੰ ਕੀ ਕਹਿੰਦੇ ਸੀ? ਕੋਹਿਸਤਾਨ ਕਹਿੰਦੇ ਸੀਗੇ। ਕੋਹਿਸਤਾਨ, ਕੋਹਿਸਤਾਨ। ਨਾ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਐਗਜ਼ਾਮ 'ਚ ਪੁੱਛੇ ਜਾਂਦੇ ਨੇ ਕਈ ਵਾਰੀ, ਠੀਕ ਹੈ। ਜਿਹੜੀਆਂ ਪ੍ਰਿੰਸਲੀ ਸਟੇਟਸ ਜਿਹੜੇ ਕਿ ਪਹਾੜੀ ਰਾਜੇ ਸੀਗੇ, ਉਹਨਾਂ ਦੀ ਸਟੇਟਾਂ ਨੂੰ ਕੀ ਕਿਹਾ ਜਾਂਦਾ ਸੀ? ਕੋਹਿਸਤਾਨ ਕਿਹਾ ਜਾਂਦਾ ਸੀਗਾ। ਔਰ ਜਿਹੜਾ ਬਾਕੀ ਦਾ ਪੰਜਾਬ ਜਿਹੜਾ ਹੁਣ ਈਸਟ ਪੰਜਾਬ ਦੇ ਵਿੱਚ ਨਾਲ ਆਇਆ, ਉਹਦੇ ਵਿੱਚ ਜਿਹੜੀਆਂ ਪ੍ਰਿੰਸਲੀ ਸਟੇਟ ਸੀਗੀਆਂ ਉਹ ਜਿਹੜੀਆਂ ਸੀਗੀਆਂ ਦੈਟ ਇਜ਼ ਪਟਿਆਲਾ, ਨਾਭਾ, ਫਿਰ ਤੁਹਾਡਾ ਜੀਂਦ, ਫਿਰ ਤੁਹਾਡਾ ਫਰੀਦਕੋਟ, ਫਿਰ ਕਲਸੀਆਂ, ਫਿਰ ਮਲੇਰਕੋਟਲਾ, ਫਿਰ ਤੁਹਾਡਾ ਰੱਬ ਭਲਾ ਕਰੇ ਨਾਲਾਗੜ੍ਹ, ਠੀਕ ਹੈ। ਨਾ ਥੀਸ ਵਰ ਦ ਡਿਫਰੈਂਟ ਸਟੇਟਸ ਜਿਹੜੀਆਂ ਕਿ ਜਿਨ੍ਹਾਂ ਨੂੰ ਕਿ ਭਾਰਤ ਸਰਕਾਰ ਨੇ ਮਰਜ ਕਰਕੇ ਇੱਕ ਸਟੇਟ ਬਣਾ ਦਿੱਤਾ, ਜਿਹਨੂੰ ਕਿ ਕਿਹਾ ਜਾਂਦਾ ਹੈ ਪੈਪਸੂ ਕਿਹਾ ਜਾਂਦਾ ਸੀਗਾ। ਔਰ ਉਹਦਾ ਰਾਜ ਪ੍ਰਮੁੱਖ ਜਿਹੜਾ ਸੀਗਾ ਕਿਹਨੂੰ ਅਪਾਇੰਟ ਕੀਤਾ ਗਿਆ? ਮਹਾਰਾਜਾ ਯਾਦਵਿੰਦਰ ਸਿੰਘ, ਜਿਹੜਾ ਕਿ ਪਟਿਆਲੇ ਦੇ ਮਹਾਰਾਜਾ ਸੀਗੇ। ਔਰ ਜਿਹੜੇ ਕਪੂਰਥਲੇ ਦੇ ਮਹਾਰਾਜਾ ਸੀਗੇ ਉਹਨਾਂ ਨੂੰ ਉਪ ਰਾਜ ਪ੍ਰਮੁੱਖ ਜਿਹੜਾ ਸੀਗਾ ਦੈਟ ਇਜ਼ ਇਕੁਅਲ ਟੂ ਦ ਗਵਰਨਰ, ਠੀਕ ਹੈ ਜੀ।
राज प्रमुख इज गवर्नर, ठीक है जी, और उप राज प्रमुख डिप्टी गवर्नर ਦੇ ਬਰਾਬਰ ਕਹਿ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਹੁਣ ਹਿੰਦੁਸਤਾਨ ਦੇ ਵਿੱਚ ਕੀ ਬਚਿਆ, ਇੱਕ ਈਸਟ ਪੰਜਾਬ ਔਰ ਪੈਪਸੂ, ਜਿਹੜਾ ਕਿ ਬਾਅਦ ਵਿੱਚ ਪੰਜਾਬ ਦੇ ਨਾਲ ਰਲਿਆ ਆਪਸ ਦੇ ਵਿੱਚ ਜਾ ਕੇ। ਆਪਾਂ ਹੁਣ ਇਹ ਥੋੜੀ ਜੀ ਗੱਲ ਸਮਝ ਲਈਏ ਔਰ ਹੁਣ ਆਪਾਂ ਚੱਲਦੇ ਹਾਂ ਥੋੜੇ ਪਿਛੋਕੜ ਦੇ ਵਿੱਚ ਕਿ ਇਹ ਜਿਹੜਾ ਪੰਜਾਬ ਆਇਆ ਇਹ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਬਣਤਰ ਹੋਈ ਔਰ ਕਿਵੇਂ ਇਹਦੀ ਵੰਡ ਹੋਈ ਔਰ ਕੀ ਕੀ ਇਹਦੇ ਹਿੱਸੇ ਦੇ ਵਿੱਚ ਆਇਆ। ਓਕੇ, ਆਪਾਂ ਜੇ ਦੇਖੀਏ ਤਾਂ 1848-49 ਦੇ ਵਿੱਚ ਜਦੋਂ ਕਿ ਐਂਗਲੋ ਸਿੱਖ ਵਾਰਸ ਹੋਈਆਂ, ਠੀਕ ਹੈ ਜੀ, ਔਰ ਉਸ ਤੋਂ ਬਾਅਦ ਜਿਹੜਾ ਰਾਜ ਪ੍ਰਬੰਧ ਸੀ ਉਹ ਅੰਗਰੇਜ਼ਾਂ ਦੇ ਕੰਟਰੋਲ ਦੇ ਵਿੱਚ ਆ ਗਿਆ, ਠੀਕ ਹੈ ਜੀ। ਜਦੋਂ ਅੰਗਰੇਜ਼ਾਂ ਦੇ ਕੰਟਰੋਲ ਦੇ ਵਿੱਚ ਸਾਰਾ ਰਾਜ ਪ੍ਰਬੰਧ ਆ ਗਿਆ, ਠੀਕ ਹੈ, ਤਾਂ ਦੇਖੋ ਕਿਤੇ ਨਾ ਕਿਤੇ ਜਿਹੜੀ ਪੁਜਾਰੀ ਕੌਮ ਹੈ ਜਾਂ ਆਪਾਂ ਉਹਨਾਂ ਨੂੰ ਪਾਦਰੀ ਕਹਿ ਲਈਏ, ਠੀਕ ਹੈ, ਦੇ ਆਲਸੋ ਬਿਕੇਮ ਐਕਟਿਵ, ਉਹ ਵੀ ਕਾਫੀ ਐਕਟਿਵ ਹੋ ਗਏ। ਔਰ ਜੇ ਤੁਹਾਨੂੰ ਇਸ ਗੱਲ ਦਾ ਤਾਂ ਤੁਹਾਨੂੰ ਪੂਰਾ ਪਤਾ ਹੀ ਹੋਏਗਾ ਕਿ ਉਸ ਵੇਲੇ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਤਾਂ ਪੰਜਾਬ ਦੇ ਉੱਤੇ ਗੱਦੀ ਦੇ ਉੱਤੇ ਕੌਣ ਬੈਠਾ ਸੀ, ਮਹਾਰਾਜਾ ਦਲੀਪ ਸਿੰਘ ਬੈਠਾ ਸੀ। ਆਲਦੋ ਹੀ ਵਾਜ਼ ਅ ਮਾਈਨਰ ਐਟ ਦੈਟ ਟਾਈਮ, ਹੀ ਵਾਜ਼ ਅ ਮਾਈਨਰ, ਠੀਕ ਹੈ ਨਾ, ਜਸਟ 8-9 ਸਾਲ ਦਾ ਇੱਕ ਮੁੰਡਾ, ਠੀਕ ਹੈ ਜੀ, ਜਿਹੜਾ ਕਿ ਹੀ ਵਾਜ਼ ਔਨ ਦਾ ਥਰੋਨ ਜਸਟ ਬਿਕਾਜ਼ ਹੀ ਵਾਜ਼ ਦਾ ਸਨ ਆਫ ਮਹਾਰਾਜਾ ਰਣਜੀਤ ਸਿੰਘ, ਠੀਕ ਹੈ, ਬਟ ਹੀ ਵਾਜ਼ ਵਰਕਿੰਗ ਅੰਡਰ ਦਾ ਕੰਟਰੋਲ ਆਫ ਅ ਬੋਰਡ which was once again managed by the Britishers, ਠੀਕ ਹੈ। ਤਾਂ ਨਾਮ ਦਾ ਰਾਜਾ ਸੀ, ਠੀਕ ਹੈ ਜੀ, ਪਰ ਸਾਰਾ ਦਾ ਸਾਰਾ ਜਿਹੜਾ ਪ੍ਰਬੰਧ ਸੀ ਉਹ ਬ੍ਰਿਟਿਸ਼ਰਸ ਦੇ ਅੰਡਰ ਕੰਟਰੋਲ ਦੇ ਵਿੱਚ ਸੀ। ਔਰ ਬ੍ਰਿਟਿਸ਼ ਜਿਹੜਾ ਇੱਥੇ ਲਾਹੌਰ ਦੇ ਵਿੱਚ ਰਿਪਰੈਜ਼ੈਂਟੇਟਿਵ ਸੀਗਾ ਜਿਹੜਾ ਕਿ ਬੋਰਡ ਆਫ ਐਡਮਿਨਿਸਟ੍ਰੇਟਰ ਦਾ, ਉਹਦਾ ਨਾਮ ਕੀ ਸੀਗਾ, ਹੈਨਰੀ ਲਾਰੈਂਸ, ਹੈਨਰੀ ਲਾਰੈਂਸ। ਇਸ ਦੇ ਉੱਤੇ ਕਿਤੇ ਨਾ ਕਿਤੇ ਕੁਐਸਚਨ ਬਣਦਾ, ਇਸ ਚੀਜ਼ ਨੂੰ ਵੀ ਯਾਦ ਰੱਖਿਓ। ਚਲੋ, ਸੋ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕੰਟਰੋਲ ਵਿੱਚ ਕਰ ਲਿਆ, ਠੀਕ ਹੈ, ਉਸ ਤੋਂ ਬਾਅਦ ਦਲੀਪ ਸਿੰਘ ਨੇ ਐਬਡੀਕੇਟ ਕੀਤਾ ਔਰ ਜਿਹੜਾ ਬ੍ਰਿਟਿਸ਼ ਜਿਹੜਾ ਪੰਜਾਬ ਸੀਗਾ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਐਸਟੈਬਲਿਸ਼ ਕੀਤਾ ਸੀਗਾ ਔਰ ਉਸ ਤੋਂ ਬਾਅਦ ਦਲੀਪ ਸਿੰਘ ਉਹਦਾ ਰਾਜਾ ਸੀਗਾ, ਇਟ ਬਿਕੇਮ ਦਾ ਪਾਰਟ ਆਫ ਬ੍ਰਿਟਿਸ਼ ਐਮਪਾਇਰ, ਠੀਕ ਹੈ, ਜਿਹਨੂੰ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਾਂ ਨੂੰ ਪੰਜਾਬ ਪ੍ਰੋਵਿੰਸ ਕਹਿੰਦੇ ਸੀਗੇ, ਉਹ ਲਾਹੌਰ ਉਹਦੀ ਰਾਜਧਾਨੀ ਸੀ। ਓਕੇ, ਠੀਕ ਹੈ। ਔਰ ਜਿਹੜੀ ਮੈਂ ਹੁਣ ਗੱਲ ਕਰਨ ਲੱਗਿਆ ਨਾ, ਇਹਨੂੰ ਥੋੜਾ ਧਿਆਨ ਨਾਲ ਸੁਣਿਓ। ਕਿਉਂ? ਕਿਉਂਕਿ ਮਹਾਰਾਜਾ ਦਲੀਪ ਸਿੰਘ ਨੂੰ ਬ੍ਰਿਟਿਸ਼ਰਸ ਨੇ ਆਪਣੇ ਕੀ ਕਹਿੰਦੇ ਆਪਣੇ ਕੰਟਰੋਲ ਦੇ ਵਿੱਚ, ਮੈਂ ਅੱਖਰ ਯੂਜ਼ ਨਾ ਕਰਾਂ, ਪਰ ਇਹ ਕਿਹਾ ਕਿ ਵੀ ਉਹਨਾਂ ਦੀ ਨਿਗਰਾਨੀ ਦੇ ਵਿੱਚ ਸੀ, ਠੀਕ ਹੈ, ਕਿਉਂਕਿ ਉਹਨਾਂ ਨੂੰ ਹਮੇਸ਼ਾ ਇਹ ਵੀ ਡਰ ਲੱਗਿਆ ਰਹਿੰਦਾ ਸੀਗਾ ਕਿ ਕਦੇ ਵੀ ਬਗਾਵਤ ਹੋ ਸਕਦੀ ਹੈ, ਤਾਂ ਜਿਹੜਾ ਮੁੱਢ ਹੈ ਉਹ ਦਲੀਪ ਹੋ ਸਕਦਾ। ਸੋ ਹੀ ਵਾਜ਼ ਟੇਕਨ ਅਵੇ ਫਰੋਮ ਪੰਜਾਬ ਔਰ यूपी ਦੇ ਵਿੱਚ ਫਤਿਹਾਬਾਦ ਇੱਕ ਜਗ੍ਹਾ ਹੈਗੀ ਹੈ, ਉੱਥੇ ਉਹਨੂੰ ਜਾ ਕੇ ਰੱਖਿਆ ਗਿਆ। ਔਰ ਲੇਟਰ ਔਨ ਹੀ ਵਾਜ਼ ਕਿ ਇੱਕ ਬੱਚੇ ਦੇ ਮਨ ਦੇ ਉੱਤੇ ਇੰਨਾ ਪ੍ਰਭਾਵ ਪਾ ਦਿੱਤਾ ਕਿ ਲੇਟਰ ਔਨ ਹੀ ਬਿਕੇਮ ਏ ਕ੍ਰਿਸਚਨ। ਉਹਨੇ ਸਿੱਖ ਧਰਮ ਨੂੰ ਤਿਆਗ ਦਿੱਤਾ ਔਰ ਉਹ ਇੱਕ ਕ੍ਰਿਸਚਨ ਧਰਮ ਨੂੰ ਉਹਨੇ ਅਡਾਪਟ ਕਰ ਲਿਆ ਔਰ ਉਸ ਨਾਲ ਹੀ ਵਾਜ਼ ਟੇਕਨ ਅਵੇ ਟੂ ਲੰਡਨ ਔਰ ਉਹਨੂੰ ਲੰਡਨ ਲਿਜਾਇਆ ਗਿਆ। ਉੱਥੇ ਉਹ ਕੁਈਨ ਦੇ ਨਾਲ ਉਹਦੀ ਮੀਟਿੰਗਸ ਹੁੰਦੀਆਂ ਸੀਗੀਆਂ ਐਂਡ ਉਸਨੂੰ ਜਿਹੜਾ ਸੀਗਾ ਇੱਕ ਤਰ੍ਹਾਂ ਦੀ ਉੱਥੇ ਦੀ ਜਿਹੜੀ ਮਹਾਰਾਣੀ ਸੀਗੀ ਉਹਨੂੰ ਆਪਣਾ ਇੱਕ ਪੁੱਤਰ ਮੰਨ ਕੇ ਚੱਲਦੀ ਸੀ ਉਹ, ਠੀਕ ਹੈ। ਔਰ ਉਸੇ ਤਰ੍ਹਾਂ ਦਾ ਉਹਨੂੰ ਆਦਰ ਸਤਿਕਾਰ ਵੀ ਉਹਨਾਂ ਨੇ ਦਿੱਤਾ, ਜਿਹੜਾ ਕਿ ਬ੍ਰਿਟਿਸ਼ਰਸ ਭਾਰਤ ਦੇ ਵਿੱਚ ਸੀਗੇ, ਇੱਥੇ ਕੰਟਰੋਲ ਕਰਦੇ ਸੀਗੇ ਹਿੰਦੁਸਤਾਨ ਨੂੰ, ਉਹਨਾਂ ਨੇ ਕਦੇ ਵੀ ਇਸ ਚੀਜ਼ ਦੀ ਸ਼ਲਾਘਾ ਨਹੀਂ ਕੀਤੀ। ਕਿਉਂ? ਠੀਕ ਹੈ ਨਾ, ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਤੁਹਾਨੂੰ ਮੈਂ, ਠੀਕ ਹੈ। ਬ੍ਰਿਟਿਸ਼ਰਸ ਦੀ ਕੋਈ ਵੀ ਮੀਟਿੰਗ ਹੋਵੇ ਔਰ ਉਹਦੇ ਵਿੱਚ ਕੋਈ ਵੀ ਹਿੰਦੁਸਤਾਨੀ ਨੂੰ ਬੁਲਾਇਆ ਹੋਵੇ, ਠੀਕ ਹੈ, ਤਾਂ ਉਸਨੂੰ ਜੁੱਤੀ ਪਾ ਕੇ ਅੰਦਰ ਆਉਣ ਦਾ ਅਧਿਕਾਰ ਨਹੀਂ ਸੀ। ਜੁੱਤੀ ਸਿਰਫ ਬ੍ਰਿਟਿਸ਼ਰਸ ਪਾ ਸਕਦੇ ਸੀਗੇ, ਸ਼ੂਜ਼। ਜੇ ਕਿਸੇ ਬ੍ਰਿਟਿਸ਼ ਪਾਰਟੀ ਵਿੱਚ ਕਿਸੇ ਹਿੰਦੁਸਤਾਨੀ, ਭਾਵੇਂ ਉਹ ਜਰਨੈਲ ਹੋਵੇ, ਭਾਵੇਂ ਉਹ ਕੋਈ ਪੁਰਾਣਾ ਰਾਜਾ ਹੋਵੇ, ਕਿ ਕੋਈ ਵੀ ਰੁਤਬੇ ਦਾ ਹੋਵੇ, ਉਹਨੂੰ ਜੁੱਤੀ ਪਾਉਣ ਦਾ ਅਧਿਕਾਰ ਨਹੀਂ ਸੀ। ਔਰ ਇੱਕ ਵਾਰੀ ਨਿਕੋਲਸ ਜਿਹੜਾ ਕਿ ਪੰਜਾਬ ਦਾ ਜਿਹੜਾ ਸੀਗਾ ਉੱਚ ਪੋਜੀਸ਼ਨ ਰੱਖਦਾ ਸੀਗਾ ਉਹ, ਠੀਕ ਹੈ, ਉਹਦੀ ਮੀਟਿੰਗ ਦੇ ਵਿੱਚ ਇੱਕ ਜਰਨੈਲ, ਕਪੂਰਥਲੇ ਦਾ ਜਰਨੈਲ,
ਉਹਨੇ ਇਹ ਹਿਮਾਕਤ ਕੀਤੀ ਕਿ ਉਹ ਜੁੱਤੀ ਪਾ ਕੇ ਉਹਨੇ ਪਾਰਟੀ ਅਟੈਂਡ ਕੀਤੀ। ਔਰ ਜਦੋਂ ਸਾਰੇ ਮਹਿਮਾਨ ਜਾਣ ਲੱਗੇ ਤਾਂ ਉਸ ਵੇਲੇ ਨਿਕੋਲਸ ਨੇ ਉਹਨੂੰ ਬੁਲਾ ਕੇ ਕਿਹਾ ਕਿ ਜੁੱਤੀ ਲਾ, ਆਪਣੂ ਹੱਥ ਚੱਕ ਸਿਰ ਤੇ ਰੱਖ, ਠੀਕ ਹੈ, ਔਰ ਇਹਨੂੰ ਹੁਣ ਬਾਹਰ ਜਾਈ ਤੂੰ, ਠੀਕ ਹੈ। ਇਸ ਤਰ੍ਹਾਂ ਦਾ ਮਾਹੌਲ ਸੀ ਪੰਜਾਬ ਦੇ ਵਿੱਚ, ਇਸ ਤਰ੍ਹਾਂ ਦਾ ਕੰਟਰੋਲ ਸੀ ਅੰਗਰੇਜ਼ਾਂ ਦਾ ਕਿ ਹਿੰਦੁਸਤਾਨੀਆਂ ਨੂੰ ਜੁੱਤੀ ਪਾਉਣ ਤੱਕ ਦੀ ਇਜਾਜ਼ਤ ਨਹੀਂ ਸੀ ਉਹਨਾਂ ਦੀ ਮੀਟਿੰਗਾਂ ਦੇ ਵਿੱਚ। ਸੋ ਇਟ ਇਜ਼ ਜਸਟ ਅਬਾਊਟ ਟੂ ਟੈਲ ਯੂ ਕਿ ਉਦੋਂ ਉਸ ਵੇਲੇ ਦੇ ਹਾਲਾਤ ਕੀ ਸੀਗੇ, ਠੀਕ ਹੈ। ਔਰ ਮੈਂ ਤੁਹਾਨੂੰ ਇਹਦੇ ਨਾਲ ਦੱਸ ਰਿਹਾ ਸੀਗਾ ਕਿ ਦਲੀਪ ਸਿੰਘ ਨੇ ਕ੍ਰਿਸਚੈਨਿਟੀ ਅਡਾਪਟ ਕਰ ਲਿੱਤੀ ਔਰ ਜਾਰੀਆਂ ਨੂੰ ਲੱਗਿਆ ਕਿ ਬਹੁਤ ਸੋਹਣਾ ਮੌਕਾ ਹੈ ਇਸ ਵੇਲੇ ਕਿ ਅਸੀਂ ਇਹ ਜਿਹੜਾ ਪੰਜਾਬ ਵਾਲਾ ਇਲਾਕਾ ਇਹਨੂੰ ਵੀ ਸਾਰੇ ਦੇ ਸਾਰੇ ਨੂੰ ਕ੍ਰਿਸਚਨ ਬਣਾ ਲਾਂਗੇ, ਸਾਰੇ ਦੇ ਸਾਰੇ ਏਰੀਆ ਨੂੰ ਅਸੀਂ ਕ੍ਰਿਸਚਨ ਬਣਾ ਲਾਂਗੇ, ਠੀਕ ਹੈ। ਥੋੜਾ ਇੱਥੇ ਇੰਟਰਫੇਅਰ ਕਰ ਰਿਹਾ, ਥੋੜਾ ਜਿਹਾ ਰੁਕ ਰਿਹਾ ਹਾਂ ਇੱਥੇ, ਠੀਕ ਹੈ। ਕਿਉਂਕਿ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਤਾਂ ਪੰਜਾਬ ਦੇ ਜਿਹੜਾ ਬੋਰਡ ਆਫ ਐਡਮਿਨਿਸਟ੍ਰੇਟਰ ਸੀਗਾ ਦੈਟ ਵਾਜ਼ ਹੈਨਰੀ ਲਾਰੈਂਸ। ਉਸ ਤੋਂ ਪਹਿਲਾਂ ਵੀ ਜਿਹੜਾ ਸੀਗਾ ਉੱਥੇ ਲਾਹੌਰ ਦਰਬਾਰ 'ਚ ਰਿਪਰੈਜ਼ੈਂਟੇਟਿਵ ਹੈਨਰੀ ਲਾਰੈਂਸ ਹੀ ਸੀਗਾ। ਪਰ ਹੈਨਰੀ ਲਾਰੈਂਸ ਦੇ ਪੰਜਾਬ ਦੇ ਰਾਜਿਆਂ ਦੇ ਨਾਲ ਔਰ ਪੰਜਾਬ ਦੇ ਲੋਕਾਂ ਦੇ ਨਾਲ ਕਾਫੀ ਹਮਦਰਦੀ ਕਹਿ ਲਈਏ ਆਪਾਂ, ਔਰ ਚੰਗੇ ਰਿਲੇਸ਼ਨ ਵੀ ਸੀਗੇ ਉਹਨਾਂ ਦੇ ਨਾਲ, ਠੀਕ ਹੈ। ਔਰ ਉਸਨੇ ਇੱਕ ਚੀਜ਼ ਨੂੰ ਕਾਇਮ ਰੱਖਿਆ ਕਿ ਧਰਮ ਨੂੰ ਤੇ ਪੋਲਿਟਿਕਸ ਨੂੰ ਅਲੱਗ ਰੱਖਿਆ। ਪਰ 1953 ਦੇ ਵਿੱਚ ਡਲਹੌਜ਼ੀ ਨੇ ਹੈਨਰੀ ਲਾਰੈਂਸ ਨੂੰ ਉਹਦੀ ਪੋਜੀਸ਼ਨ ਤੋਂ ਹਟਾ ਦਿੱਤਾ। ਉਸ ਤੋਂ ਬਾਅਦ ਜੌਨ ਲਾਰੈਂਸ, ਹੈਨਰੀ ਲਾਰੈਂਸ ਦਾ ਭਰਾ ਸੀਗਾ, ਹੀ ਵਾਜ਼ ਅਪਾਇੰਟਡ ਐਜ਼ ਦ ਯੂ ਕੈਨ ਸੇ ਐਡਮਿਨਿਸਟ੍ਰੇਟਰ ਆਫ ਦ ਬੋਰਡ ਆਫ ਐਡਮਿਨਿਸਟ੍ਰੇਟਰਸ ਇਨ ਪੰਜਾਬ, ਠੀਕ ਹੈ ਜੀ। ਤੇ ਭਾਵੇਂ ਪਾਲਿਸੀ ਹਾਲਤ ਇਹੀ ਸੀ ਕਿ ਸਾਡਾ ਪੋਲਿਟਿਕਸ ਦੇ ਵਿੱਚ ਕੋਈ ਰਿਲੀਜੀਅਸ ਇੰਟਰਫੇਰੈਂਸ ਨਹੀਂ ਹੋਏਗਾ, ਪਰ ਕਿਤੇ ਨਾ ਕਿਤੇ ਸ਼ਾਇਦ ਜ਼ਰੂਰ ਰਹੀ। ਔਰ ਮੈਨੂੰ ਯਾਦ ਹੈ ਕਿ ਪਿੱਛੇ ਟ੍ਰਿਬਿਊਨ ਦੇ ਇੱਕ ਛੋਟੀ ਜਿਹੀ ਖਬਰ ਆਈ ਸੀਗੀ 1914 ਦੀ, ਔਰ ਉਹਦੇ ਵਿੱਚ ਇੱਕ ਪਾਦਰੀ ਨੇ ਇੱਕ ਲੈਟਰ ਭੇਜੀ ਸੀਗੀ ਬ੍ਰਿਟਿਸ਼ ਐਮਪਾਇਰ ਨੂੰ ਕਿ ਸਾਨੂੰ ਲੱਗਦਾ ਹੈ ਕਿ ਬਹੁਤ ਜਲਦੀ ਹੀ ਅਸੀਂ ਸਾਰੇ ਪੰਜਾਬ ਦੇ ਇਲਾਕੇ ਨੂੰ ਕ੍ਰਿਸਚੈਨਿਟੀ ਜਿਹੜੀ ਸੀਗੀ ਉਹਦੇ 'ਚ ਕਨਵਰਟ ਕਰ ਲਾਂਗੇ, ਔਰ ਜਿੰਨਾ ਸਿੱਖ ਦਬਕਾ ਹੈ ਪੰਜਾਬ ਦਾ ਉਹਨਾਂ ਨੂੰ ਵੀ ਜਿਹੜਾ ਸੀਗਾ ਅਸੀਂ ਕ੍ਰਿਸਚੈਨਿਟੀ ਅਡਾਪਟ ਕਰਵਾ ਲਵਾਂਗੇ, ਦਬਾ ਕੇ ਨਹੀਂ ਕਰਵਾ ਲਵਾਂਗੇ। ਔਰ ਇਹ ਜਿਹੜੀ ਮੁਹਿੰਮ ਸੀਗੀ ਬੇਸਿਕਲੀ ਤੁਸੀਂ ਦੇਖੋ ਅੱਜ ਦੇ ਟਾਈਮ ਦੇ ਵਿੱਚ ਵੀ, ਤੇ ਇਹ ਮੁਹਿੰਮ ਤਕਰੀਬਨ ਇਹ ਜਿਹੜਾ ਤੁਹਾਡਾ ਗੁਰਦਾਸਪੁਰ ਵਾਲਾ ਇਲਾਕਾ ਹੈ ਉਧਰਲੇ ਪਾਸਿਓਂ ਸ਼ੁਰੂ ਹੋਈ। ਉਧਰਲੇ ਪਾਸੇ ਯੂ ਵਿਲ ਫਾਈਂਡ ਲੋਟ ਆਫ ਪਰਸਨਸ ਹੂ ਹੈਵ ਅਡਾਪਟਡ ਕ੍ਰਿਸਚੈਨਿਟੀ ਆਲਸੋ, ਐਂਡ ਦਿਸ ਬੇਸਿਕਲੀ ਇਹ ਹਰ ਰਾਜ ਜਿਹੜਾ ਸੀਗਾ ਇਹ ਇਸ ਤਰ੍ਹਾਂ ਕਰਦਾ ਹੀ ਕਰਦਾ ਹੈ, ਠੀਕ ਹੈ। ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਬਟ ਦੈਟ ਵਾਜ਼ ਦੇਅਰ ਐਕਸਪੈਕਟੇਸ਼ਨ ਕਿ ਵੀ ਮੇ ਬੀ ਏਬਲ ਟੂ ਕਨਵਰਟ ਦ ਹੋਲ ਆਫ ਪੰਜਾਬ ਇਨਟੂ ਅਡਾਪਟਿੰਗ ਕ੍ਰਿਸਚੈਨਿਟੀ ਆਲਸੋ, ਠੀਕ ਹੈ। ਇਹ ਨਹੀਂ ਹੋਇਆ, ਉਹ ਗੱਲ ਵੱਖਰੀ ਹੈ। ਕਿਉਂ ਨਹੀਂ ਹੋਇਆ, ਹੁਣ ਉਸ ਗੱਲ ਦੇ ਉੱਤੇ ਆਉਂਦੇ ਹਾਂ। ਅੱਜ ਹੁਣ ਆਪਾਂ ਦੁਬਾਰਾ ਉਸ ਗੱਲ ਦੇ ਉੱਤੇ ਆਉਂਦੇ ਹਾਂ ਕਿ ਇਹ ਪੰਜਾਬ ਬਣਿਆ ਤੇ ਕਿਵੇਂ ਬਣਿਆ, ਇਹਦਾ ਜਿਹੜਾ ਪਿਛੋਕੜ ਹੈ ਤੇ ਉਹਦਾ ਪਿਛੋਕੜ ਕੀ ਹੈ, ਜਿਹੜਾ ਕਿ ਮੈਨੂੰ ਆਮ ਤੌਰ ਤੇ ਕਿਸੇ ਕਿਤਾਬ ਦੇ ਵਿੱਚ ਨਹੀਂ ਮਿਲਿਆ। ਜਿਹੜੀ ਕਿ ਮੈਂ ਪੰਜਾਬ ਦੀ ਹਿਸਟਰੀ ਦੀ ਗੱਲ ਕਰਾਂ, ਮੈਂ ਬਹੁਤ ਸਾਰੀ ਕਿਤਾਬਾਂ ਦੀ ਉਹਦੇ ਵਿੱਚ ਮੈਨੂੰ ਨਹੀਂ ਮਿਲਣਾ, ਤੇ ਮੈਂ ਹੁਣ ਤੁਹਾਡੇ ਨਾਲ ਪਿਛੋਕੜ ਦੀ ਗੱਲ ਕਰਦਾ, ਠੀਕ ਹੈ। ਤੇ ਪੰਜਾਬ ਦੇ ਵਿੱਚੋਂ ਇਲਾਕਾ ਕਿਹੜਾ ਅਲੱਗ ਹੋਇਆ? ਵੈਸਟ ਪੰਜਾਬ, ਠੀਕ ਹੈ ਜੀ। ਕਿਉਂ ਅਲੱਗ ਹੋਇਆ? ਕਿਉਂਕਿ ਮੁਸਲਿਮ ਮੈਜੋਰਿਟੀ ਏਰੀਆ ਸੀਗਾ, ਇਸ ਕਰਕੇ ਉਹ ਅਲੱਗ ਵੈਸਟ ਪੰਜਾਬ ਇਲਾਕਾ ਬਣਿਆ। ਔਰ ਬਾਕੀ ਦਾ ਜਿਹੜਾ ਇਲਾਕਾ ਸੀਗਾ ਜਿਹਦੇ 'ਚ ਕਿ ਹਿੰਦੂ ਔਰ ਸਿੱਖ ਰਹਿੰਦੇ ਸੀਗੇ, ਦੇ ਵਰ ਮੇਡ ਪਾਰਟ ਆਫ ਈਸਟ ਪੰਜਾਬ, ਔਰ ਉਹ ਜਿਹੜਾ ਇਲਾਕਾ ਸੀਗਾ ਭਾਰਤ ਦੇ ਹਿੱਸੇ ਦੇ ਵਿੱਚ ਆਇਆ, ਠੀਕ ਹੈ। ਨਾਓ ਇਹ ਡਿਵੀਜ਼ਨਾਂ ਕਿੱਥੋਂ ਸ਼ੁਰੂ ਹੋਈਆਂ, ਕਿਵੇਂ ਇੱਥੇ ਤੱਕ ਪਹੁੰਚੀਆਂ, ਆਪਾਂ ਹੁਣ ਗੱਲ ਕਰੀਏ ਉਸ ਚੀਜ਼ ਦੀ। ਸਭ ਤੋਂ ਪਹਿਲਾਂ 1909 ਦੇ ਵਿੱਚ ਜੇ ਤੁਸੀਂ ਹਿਸਟਰੀ ਪੜ੍ਹੀ ਹੈ ਤਾਂ ਤੁਹਾਨੂੰ ਪਤਾ ਹੋਣਾ ਹੈ ਕਿ 1909 ਦੇ ਵਿੱਚ ਮਿੰਟੋ ਮੋਰਲੇ ਰਿਫਾਰਮਸ ਹੋਏ ਸੀਗੇ। ਕਿਹੜੇ ਰਿਫਾਰਮ ਹੋਏ ਸੀਗੇ? ਮਿੰਟੋ ਮੋਰਲੇ ਰਿਫਾਰਮਸ ਹੋਏ ਸੀਗੇ। ਓਕੇ, ਮੈਂ ਇਸ ਨੂੰ ਰੱਬ ਕਰ ਦਿੰਦਾ। ਆਈ ਥਿੰਕ ਕਿ ਵੀ ਤੁਸੀਂ ਇਹ ਤਾਂ ਦੇਖ ਹੀ ਲਿਆ ਹੈ, ਠੀਕ ਹੈ। ਹਾਂਜੀ, ਸੋ ਮਿੰਟੋ ਮੋਰਲੇ ਰਿਫਾਰਮਸ।
ਮਿੰਟੋ ਮੋਰਲੇ ਰਿਫਾਰਮਸ। ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਆਜ਼ਾਦੀ ਦੀ ਡਿਮਾਂਡ, ਠੀਕ ਹੈ ਜੀ, ਜਾਂ ਖੁਦ ਮੁਖਤਿਆਰੀ ਦੀ ਡਿਮਾਂਡ, ਠੀਕ ਹੈ ਜੀ, ਕਾਂਗਰਸ 1885 ਵਿੱਚ ਬਣੀ, ਡੋਮੀਨੀਅਨ ਸਟੇਟਸ ਐਂਡ ਆਲ ਦੋਜ਼ ਥਿੰਗਸ, ਠੀਕ ਹੈ, ਦੇ ਵਰ ਡਿਮਾਂਡਿੰਗ। ਤਾਂ ਉਸ ਤੋਂ ਪਹਿਲਾਂ ਇਹਦੀ ਗਵਰਨੈਂਸ ਆਫ ਇੰਡੀਆ ਵਾਸਤੇ ਇੱਕ ਕਾਉਂਸਲ ਬਣਦੀ ਸੀਗੀ, ਠੀਕ ਹੈ, ਪਰ ਉਹਦੇ ਵਿੱਚ ਕੋਈ ਇਲੈਕਟਿਡ ਰਿਪਰੈਜ਼ੈਂਟੇਟਿਵਸ ਨਹੀਂ ਸੀ ਹੁੰਦੇ, ਨੋਮੀਨੇਟਿਡ ਸੀ ਸਾਰੇ ਉਹ, ਠੀਕ ਹੈ। ਸੋ ਪਹਿਲੀ ਵਾਰ ਮਿੰਟੋ ਮੋਰਲੇ ਰਿਫਾਰਮ ਦੇ ਵਿੱਚ ਕੁਝ ਇਲੈਕਟਿਡ ਰਿਪਰੈਜ਼ੈਂਟੇਟਿਵਸ ਦਾ ਇੱਕ ਫਾਰਮੂਲਾ ਅਡਾਪਟ ਕੀਤਾ ਗਿਆ, ਔਰ ਉਹਦੇ ਮੁਤਾਬਕ ਕੀ ਡਿਸਾਈਡ ਕੀਤਾ ਗਿਆ, ਡਿਸਾਈਡ ਇਹ ਕੀਤਾ ਗਿਆ ਕਿ देयर विल बी सैपरेट इलैक्टोरेट्स, ठीक है ना। और थोड़ी जी गल होर मैनू ख्याल आ गई, वो भी थोड़े नाल शेयर करनी जरूरी है कि 1906 दे विच मुस्लिम लीग बनी, कई जगह तो 1907 लिखा है, ठीक है ना। 1906 दे विच मुस्लिम लीग बनी, ठीक है, जिसने कि अगे पाकिस्तान का एजेंडा जिहड़ा सी बाद विच लैके आंदा, पहला कोई एजेंडा नहीं सीगा। मुस्लिम लीग का एजेंडा सीगा कि हिंदू और मुस्लिम आपस दे विच रजामंदी दे नाल, भाईचारे दे नाल रहना चाहते हैं, इस तरह का एजेंडा जिहड़ा सीगा मुस्लिम लीग का एजेंडा सीगा, जिहड़ा कि उन्होंने अपना लिखा होया है उहदे विच ओह, ठीक है, आपां किताबां देखदे हां, उन्हें पढ़ते हैं। और फिर उस तो बाद 1908 दे विच हिंदू महासभा बनी, हिंदू महासभा बनी पंजाब दे विच, हिंदू महासभा, ओके, ठीक है जी। नाउ एंड ब्रिटिश दी तुहानूं पता ही है पॉलिसीज़ डिवाइड एंड रूल, ठीक है। तो उन्होंने इन्होंने डिमांड की सैपरेट इलैक्टोरेट दी। हाले भी मिंटो मॉरले रिफॉर्म दे विच सेंटर लैवल दे उत्ते पार्टिसिपेशन नहीं है कोई भी, प्रोविंशियल लैवल दे उत्ते दे डिसाइडेड टू गिव सम रिप्रजेंटेशन। तो 1908 दे विच ही जिथे तक मेरा ख्याल पैंदा कि ब्रिटिशर्स दी इलैक्शनां होईयां तो उहदे विच लिबरल पार्टी जिहड़ी सी जित के आई, और उन्होंने कहा कि कांग्रेस वाले उन्होंने उस वेले उग्रवादी लगते सी, एक्सट्रीमिस्ट लगते सी कि तो बहुत ज़्यादा मंग रहे हैं, ठीक है जी। तो उन्होंने डिमांड नूं शांत करने वास्ते तो हुंदा की है कि जेड़े उस तो घट मंग रहे हैं उन्होंने नाल कोई ना कोई समझौता कर लो ताकि डिवीजन बनी रहे, ठीक है। हिंदू महासभा इहदा एजेंडा की सीगा कि भारत सरकार जिहड़ी अंग्रेज़ों की भारत सरकार है उन्होंने सपोर्ट करो, कांग्रेस को अपोज करो तो मुस्लिम लीग को अपोज करो, दैट वाज देयर एजेंडा, ठीक है जी। सो ब्रिटिशर्स दे कोल की चाहिए, दोनों हाथ से लड्डू है जी। उन्होंने 1909 दे विच व्हाट दे डिड वाज मिंटो मॉरले रिफॉर्म्स दे विच उन्होंने मुस्लिम्स नू अपना रिप्रजेंटेशन दी या रिजर्वेशन दी, ठीक है। दैट वाज फॉर द फर्स्ट टाइम कि आपां ये भी कहते हैं कि एक इलैक्टेड जिहड़ियां सीगियां अपनियां प्रोविंसिस दे विच गवर्नमेंट्स बनाने का काम शुरू होया, और दूसरा कम्यूनल बेसिस दे उत्ते जिहड़ा सीगा इह इलैक्शनस करवाइयां गईयां, ठीक है। सो दीज थिंग्स आर क्वाइट इंपॉर्टेंट, ठीक है। और उहदे विच जिहड़ा सीगा नाउ दिस वाज 1909। और एक चीज़ होर, ठीक है, ब्रिटिशर्स की कम से कम एक खूबी तो बहुत सी, ठीक है कि सिस्टम प्रोसीजर बड़े तगड़े से उन्होंने, ठीक है। और जो 1909 के मिंटो मॉरले रिफॉर्म आए तो उन्होंने डिसाइड किया कि इस पोजीशन को असीं हर 10 साल बाद रिवाइज करांगे, रिविजन करांगे, ठीक है जी। सो 1909 का मतलब की होया 1919 टाइम आ गया। 1919 दे विच भी तुहानूं पता होना है कि किहड़े रिफॉर्म्स होए, मॉन्टेस्क्यू चैम्सफोर्ड अवार्ड आया, ठीक है। हुण मॉन्टेस्क्यू चैम्सफोर्ड अवार्ड दे विच वंस अगेन यह रिजर्वेशन जिहड़ी सी जारी रही, और उहदे विच उन्होंने सिखां नूं भी ऑफर की रिजर्वेशन ऑफ सीट्स दी इन द पंजाब असैंबली। उन्होंने भी कहा कि थोड़े वास्ते भी असी कुछ सीटां जिहड़ियां सीगियां वो रिजर्व कर देंगे हैं, पर इन्होंने इस गल नूं अपोज किया, ठीक है जी।
दे डिड नॉट सपोर्ट इट। सिखां ने इस गल नूं अपोज किया, ठीक है। हुण थोड़ा जिहा मैं होर पिछे चला जाना, ठीक है जी। क्यों? क्योंकि सानू इस वेले पता होना चाहिए कि पहला सिखां दी रिप्रजेंटेशन कर रहा सी ते कौन कर रहा सी, ठीक है। तो इहदी जिहड़ी रिप्रजेंटेशन सी दैट वाज बीइंग मेड बाय चीफ खालसा दीवान, ठीक है जी। सिंह सभावां बनिया, चीफ खालसा दीवान बनिया, ठीक है, पर प्रॉपरली ऑर्गेनाइज नहीं सी ये, ठीक है। तो 1919 ਦੇ ਵਿੱਚ ਜਿਹੜਾ ਸੀਗਾ ਇਹ ਜਿਹੜਾ ਦੁਆਰਾ ਇਹ ਜਦੋਂ ਆਇਆ ਮੌਂਟੈਸਕੋ ਚੈਂਸੋ ਅਵਾਰਡ ਆਏ ਤਾਂ ਉਸ ਵੇਲੇ ਤੱਕ ਜਿਹੜਾ ਸੀਗਾ ਸਿੱਖ ਕਾਫੀ ਹੱਦ ਤੱਕ ਆਰਗੇਨਾਈਜ਼ ਹੋ ਚੁੱਕੇ ਸੀਗੇ ਔਰ ਇਹਨਾਂ ਦੀ ਜਿਹੜੀ ਡਿਮਾਂਡ ਸੀ ਕਿ ਆਪਣੀ ਇੱਕ ਸਿੱਖਾਂ ਦੇ ਗੁਰਦੁਆਰਿਆਂ ਵਾਸਤੇ ਕਮੇਟੀ ਹੋਣੀ ਚਾਹੀਦੀ ਹੈ ਜਿਹਦਾ ਕਿ ਨਾਮ ਕੀ ਹੋਣਾ ਚਾਹੀਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹਦੇ ਉੱਤੇ ਆਪਾਂ ਬਾਅਦ ਵਿੱਚ ਆਉਂਦੇ ਹਾਂ ਹਾਲੇ, ਠੀਕ ਹੈ ਜੀ। ਸੋ ਦਿਸ ਵਾਜ਼ particularly what was being discussed at that point of time, okay। ਤੇ ਹੁਣ ਆਪਾਂ ਜਦੋਂ ਆ ਜਾਈਏ ਇਹ ਤਾਂ ਉਹਦੇ ਵਿੱਚ ਆਪਾਂ that was 1919 ਦੇ ਉੱਤੇ ਪਹੁੰਚ ਗਏ ਆਪਾਂ ਕਿ 1919 ਦੇ ਵਿੱਚ ਇਹ ਰਿਫਾਰਮਸ ਆ ਗਏ, ਠੀਕ ਹੈ ਜੀ। ਪਰ both Hindus and Sikhs they opposed it, ਠੀਕ ਹੈ ਜੀ। ਔਰ ਸਿੱਖਾਂ ਨੇ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਇੱਕ ਜਿਹੜੀ ਆਪਾਂ ਕਹਿੰਦੇ ਆ ਕਿ ਗੁਰਦੁਆਰਾ ਰਿਫਾਰਮਸ ਆਪਣੀ ਮੂਵਮੈਂਟ ਜਿਹੜੀ ਸੀ ਉਹ ਸ਼ੁਰੂ ਹੋ ਗਈ, ਜਿਹੜਾ ਕਿ 1925-26 ਦੇ ਵਿੱਚ ਜਿਹਦੇ ਮੁਤਾਬਕ ਬਾਅਦ ਵਿੱਚ ਜਾ ਕੇ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਨਸਟੀਟਿਊਟ ਕੀਤੀ ਗਈ ਔਰ ਉਹ ਜਿਹੜਾ ਸੀਗਾ ਉਹਦੇ ਬਾਰੇ ਬਿੱਲ ਪਾਸ ਕੀਤਾ ਗਿਆ। ਗੁਰਦੁਆਰਿਆਂ ਦੇ ਕੰਟਰੋਲ ਜਿਹੜੇ ਸੀਗੇ ਕਿਵੇਂ SGPC ਦੇ ਕੋਲ ਆਏ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਬਾਅਦ ਵਿੱਚ, ਫਿਰ ਗੱਲ ਕਰਦੇ ਹਾਂ ਕਿਸੇ ਵੇਲੇ ਉਹ, ਠੀਕ ਹੈ। ਅੱਜ ਆਪਾਂ ਗੱਲ ਕਰਦੇ ਹਾਂ ਕਰ ਰਹੇ ਹਾਂ ਡਿਵੀਜ਼ਨ ਆਫ ਪੰਜਾਬ ਦੀ ਕਿ ਅੱਜ ਦਾ ਪੰਜਾਬ ਇੱਥੇ ਪਹੁੰਚਿਆ ਤਾਂ ਕਿਵੇਂ ਪਹੁੰਚਿਆ, ਠੀਕ ਹੈ। ਹੁਣ ਇਸ ਵੇਲੇ ਤੱਕ ਹਿੰਦੁਸਤਾਨ ਮੂਲ ਪਾਰਟੀ ਹੈ, ਠੀਕ ਹੈ ਜੀ, ਜਿਹੜੀ ਕਿ ਸਾਰੇ ਪਾਸੇ ਰਿਕੋਗਨਾਈਜ਼ਡ ਪਾਰਟੀ ਹੈ, दैट इज कांग्रेस। कांग्रेस ਦਾ ਕਹਿਣਾ ਹੈ ਕਿ ਹਿੰਦੁਸਤਾਨ ਨੂੰ ਲਿੰਗੁਇਸਟਿਕ ਸਟੇਟਸ ਦੇ ਮੁਤਾਬਕ ਡਿਵਾਈਡ ਕਰਨਾ ਚਾਹੀਦਾ ਹੈ, ਲਿੰਗੁਇਸਟਿਕ ਸਟੇਟਸ ਹੋਣੀ ਚਾਹੀਦੀਆਂ ਪੰਜਾਬ ਦੇ ਵਿੱਚ, ਠੀਕ ਹੈ। ਦੈਟ ਵਾਸ देयर डिमांड। ਆਫ ਕੋਰਸ ਬ੍ਰਿਟਿਸ਼ਰਸ ਨੇ ਇਹ ਡਿਮਾਂਡ ਨੂੰ ਕਦੇ ਮੰਨਿਆ ਨਹੀਂ, ਠੀਕ ਹੈ। ਉਹਨਾਂ ਦਾ ਕਹਿਣਾ ਇਹ ਸੀਗਾ ਕਿ ਸਾਡੇ ਐਗਰੀਮੈਂਟਸ ਨੇ ਆਪਣੀਆਂ ਡਿਫਰੈਂਟ ਰਾਜਾਂ ਦੇ ਨਾਲ, ਉਹਨਾਂ ਦਾ ਅਸੀਂ ਕੁਝ ਨਹੀਂ ਕਰ ਸਕਦੇ ਔਰ ਪ੍ਰੋਵਿੰਸਿਸ ਸਾਡੇ ਕੰਟਰੋਲ ਦੇ ਨੇ ਜਿਨ੍ਹਾਂ ਨੂੰ ਕਿ ਅਸੀਂ ਜਿੱਤਿਆ ਅਲੱਗ-ਅਲੱਗ ਟਾਈਮ ਦੇ ਉੱਤੇ, ਦੇ ਆਰ ਅੰਡਰ ਆਵਰ ਕੰਟਰੋਲ। ਸੋ ਦੇ ਨੈਵਰ ਬੋਦਰਡ ਅਬਾਊਟ ਦੋਸ ਡਿਮਾਂਡਸ, ਠੀਕ ਹੈ। ਪਰ ਇਹਦੇ ਨਾਲ ਨਾਲ ਆਪਾਂ ਦੇਖਦੇ ਕੀ ਹਾਂ ਕਿ ਕਾਂਗਰਸ ਪਾਰਟੀ ਮਹਾਤਮਾ ਗਾਂਧੀ ਦੇ ਆਉਣ ਤੋਂ ਬਾਅਦ ਉਹ ਥੋੜੀ ਮਜ਼ਬੂਤ ਹੋ ਰਹੀ ਹੈ ਔਰ ਉਹਦੀ ਕਿਤੇ ਨਾ ਕਿਤੇ ਜਿਹੜੀ ਆਵਾਜ਼ ਹੈ ਜ਼ਿਆਦਾ ਬੁਲੰਦ ਹੋ ਰਹੀ ਹੈ। ਉਹ ਹੁਣ 1919 ਤੋਂ ਬਾਅਦ ਦੁਬਾਰਾ 10 ਸਾਲ ਕਦੋਂ ਹੋਣੇ ਨੇ? 1929 ਦੇ ਵਿੱਚ ਹੋਣੇ ਨੇ, ਠੀਕ ਹੈ ਜੀ। 1929 ਦੇ ਵਿੱਚ 10 ਸਾਲ ਹੋਣੇ ਨੇ ਤਾਂ ਉਸ ਤੋਂ ਪਹਿਲਾਂ ਹੀ ਬ੍ਰਿਟਿਸ਼ ਸਰਕਾਰ ਨੇ ਇਹ ਸਾਰੇ ਕਾਨੂੰਨ ਨੂੰ ਰਿਵਿਊ ਕਰਨ ਵਾਸਤੇ ਹਿੰਦੁਸਤਾਨ ਦੇ ਵਿੱਚ ਕੀ ਭੇਜਿਆ ਸੀਗਾ, ਠੀਕ ਹੈ ਜੀ, ਜਿਹੜਾ ਕਿ ਕਮਿਸ਼ਨ ਆਇਆ ਸੀਗਾ ਔਰ ਜਿਹਦੇ ਵਿੱਚ ਲਾਲਾ ਲਾਜਪਤ ਰਾਏ ਜਿਹੜੇ ਸੀਗੇ ਉਹਨਾਂ ਦੀ ਲਾਠੀ ਚਾਰਜ ਦੇ ਵਿੱਚ ਡੈਥ ਹੋਈ ਸੀਗੀ, ਠੀਕ ਹੈ ਜੀ। ਸੋ ਉਹ ਜਿਹੜਾ ਕਮਿਸ਼ਨ ਆਪਾਂ ਫਿਰ ਗੱਲ ਕਰਾਂਗੇ ਇਹਦੇ ਬਾਰੇ ਫਿਰ, ਠੀਕ ਹੈ ਜੀ। ਤਾਂ ਉਹ ਕਮਿਸ਼ਨ ਆਇਆ, ਠੀਕ ਹੈ ਜੀ, ਔਰ ਉਸ ਦੀਆਂ ਰਿਕਮੈਂਡੇਸ਼ਨ ਜਿਹੜੀਆਂ ਸੀਗੀਆਂ ਉਹਨਾਂ ਨੂੰ ਕਿਵੇਂ ਬਾਅਦ ਵਿੱਚ ਇੰਪਲੀਮੈਂਟ ਕੀਤਾ ਗਿਆ, ਕੀ ਕੁਝ ਹੋਇਆ, ਆਪਾਂ ਫਿਰ ਗੱਲ ਕਰਦੇ ਹਾਂ, ਠੀਕ ਹੈ। ਪਰ 1929 ਦੇ ਵਿੱਚ ਕਾਂਗਰਸ ਦਾ ਇਜਲਾਸ ਹੁੰਦਾ ਹੈ ਔਰ ਉਸ ਇਜਲਾਸ ਦੇ ਵਿੱਚ ਇਹ ਵੀ ਡਿਮਾਂਡ ਕਿਤੇ ਨਾ ਕਿਤੇ ਕਹੀ ਜਾਂਦੀ ਹੈ ਕਿ ਲਿੰਗੁਇਸਟਿਕ ਸਟੇਟ ਦੇ ਬੇਸਿਸ ਦੇ ਉੱਤੇ ਇੰਡੀਆ ਦੀ ਪਾਰਟ ਜਿਹੜਾ ਸੀਗਾ ਸਟੇਟਸ ਬਣਨੀਆਂ ਚਾਹੀਦੀਆਂ ਨੇ। ਔਰ ਉਹਦੇ ਨਾਲ ਨਾਲ ਦੇਖਿਆ ਜਾਵੇ ਤਾਂ 1929 ਦੇ ਇਜਲਾਸ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਨੇ ਇਹ ਮੰਗਿਆ ਕਿ ਇੰਡੀਆ ਦੀ ਇੰਡੀਪੈਂਡੈਂਸ ਹੋਣੀ ਚਾਹੀਦੀ ਹੈ, ਸਾਨੂੰ ਸਵਰਾਜ ਚਾਹੀਦਾ ਹੈ, ਸਾਨੂੰ ਖੁਦ ਮੁਖਤਿਆਰੀ ਚਾਹੀਦੀ ਹੈ, ਠੀਕ ਹੈ। ਨਾਓ ਇੱਥੇ ਇੱਕ ਕਮੇਟੀ ਜਿਹੜੀ ਸੀਗੀ ਉਹ ਫਾਰਮ ਕੀਤੀ ਗਈ ਜਿਹਨੂੰ ਕਿ ਮੋਤੀ ਲਾਲ ਨਹਿਰੂ ਕਮੇਟੀ ਰਿਪੋਰਟ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਮੋਤੀ ਲਾਲ ਨਹਿਰੂ ਕਮੇਟੀ ਰਿਪੋਰਟ ਕਿਹਾ ਜਾਂਦਾ ਹੈ। ਔਰ ਉਸਨੇ ਜਿਹੜਾ ਸੀਗਾ ਕਿ ਇਹ ਮੰਨ ਲਿਆ ਮੋਤੀ ਲਾਲ ਨਹਿਰੂ ਕਮੇਟੀ ਰਿਪੋਰਟ, ਮੋਤੀ ਲਾਲ ਨਹਿਰੂ
ਕਮੇਟੀ ਰਿਪੋਰਟ। ਨਾ ਇਹ ਰਿਪੋਰਟ ਕਹਿੰਦੀ ਹੈ ਕਿ ਇੰਡੀਆ ਦੀਆਂ ਜਿਹੜੀਆਂ ਸਟੇਟਾਂ ਨੇ ਉਹਨਾਂ ਦੀ ਰੀਆਰਗੇਨਾਈਜੇਸ਼ਨ ਲਿੰਗੁਇਸਟਿਕ ਬੇਸਿਸ ਤੇ ਹੋਣੀ ਚਾਹੀਦੀ ਹੈ, ਐਕਸੈਪਟ ਪੰਜਾਬ ਐਂਡ ਬੰਗਾਲ। ਬਾਕੀ ਸਾਰੀਆਂ ਸਟੇਟਾਂ ਨੂੰ ਜਿਹੜਾ ਸੀਗਾ ਅਸੀਂ ਲਿੰਗੁਇਸਟਿਕ ਸਟੇਟ ਬੇਸਿਸ ਦੇ ਉੱਤੇ ਡਿਵਾਈਡ ਕਰ ਦਿਆਂਗੇ, ਪਰ ਪੰਜਾਬ ਤੇ ਬੰਗਾਲ ਦੇ ਵਿੱਚ ਇਸ ਚੀਜ਼ ਨੂੰ ਨਹੀਂ ਇੰਪਲੀਮੈਂਟ ਕੀਤਾ ਜਾਏਗਾ। ਠੀਕ ਹੈ, ਸੋ ਇੱਥੋਂ ਹੀ ਕਿਤੇ ਨਾ ਕਿਤੇ ਝਗੜੇ ਸ਼ੁਰੂ ਹੋਏ। ਪਰ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਤਿੰਨੋਂ ਬਾਬਾ ਖੜਕ ਸਿੰਘ ਜੋ ਕਿ ਉਸ ਵੇਲੇ SGPC ਦੇ ਪ੍ਰਧਾਨ ਸੀ ਜਾਂ ਅਕਾਲੀ ਦਲ ਦੇ ਪ੍ਰਧਾਨ ਸੀਗੇ, ਉਹਨਾਂ ਨੂੰ ਮਿਲੇ ਤੇ ਜਾ ਕੇ ਉਹਨਾਂ ਨੂੰ ਕਿਹਾ ਕਿ ਅਸੀਂ ਡੈਫੀਨੇਟਲੀ ਤੁਹਾਡੇ ਵਾਸਤੇ ਕੋਈ ਨਾ ਕੋਈ ਰਸਤਾ ਲੱਭਾਂਗੇ, ਪਰ ਤੁਸੀਂ ਸਾਡੀ ਇਸ ਜਿਹੜਾ ਆਜ਼ਾਦੀ ਦਾ ਅੰਦੋਲਨ ਹੈ ਉਹਦੇ ਵਿੱਚ ਸਾਡਾ ਸਾਥ ਦਿਓ। ਔਰ ਬਾਬਾ ਖੜਕ ਸਿੰਘ ਨੇ ਉਹਨਾਂ ਦੀ ਇਸ ਗੱਲ ਨੂੰ ਮੰਨ ਲਿਆ ਔਰ ਉਹਦੇ ਬੇਸਿਸ ਦੇ ਉੱਤੇ ਸਿੱਖਾਂ ਨੇ ਜਾਂ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਨੇ ਆਪਣੀ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਦੇ ਵਿੱਚ ਸ਼ਿਰਕਤ ਕੀਤੀ ਔਰ ਉਹਦੇ 'ਚ ਪਾਰਟਿਸਿਪੇਟ ਕਰਨਾ ਸ਼ੁਰੂ ਕਰ ਦਿੱਤਾ। ਸੋ ਆਪਾਂ ਇੱਕ ਪੁਆਇੰਟ ਨੂੰ ਫੜ ਕੇ ਅੱਗੇ ਆ ਰਹੇ ਹਾਂ। ਠੀਕ ਹੈ ਜੀ, 1909, 1919, 1929। ਠੀਕ ਹੈ ਜੀ, ਉਸ ਤੋਂ ਬਾਅਦ ਫਿਰ ਕਾਂਗਰਸ ਦਾ ਇਜਲਾਸ ਹੁੰਦਾ ਹੈ ਜਿਹਦੇ ਵਿੱਚ ਉਹ ਡਿਸਾਈਡ ਕਰਦੇ ਨੇ ਕਿ 26 ਜਨਵਰੀ 1930 ਨੂੰ ਭਾਰਤ ਦੀ ਇੰਡੀਆ ਇੰਡੀਪੈਂਡੈਂਸ ਡੇ ਮਨਾਇਆ ਜਾਏਗਾ। ਠੀਕ ਹੈ ਨਾ, ਇਸ ਗੱਲ ਦਾ ਵੀ ਤੁਹਾਨੂੰ ਯਾਦ ਖਿਆਲ ਹੋਏਗਾ ਕਿ ਦੈਟ ਵਾਜ਼ ਵਾਟ ਵਾਜ਼ ਉਹਨਾਂ ਨੇ ਡਿਸਾਈਡ ਕੀਤਾ। ਔਰ ਉਸ ਤੋਂ ਬਾਅਦ ਦੈਨ ਵਾਟ ਹੈਪਨਸ, ਉਸ ਤੋਂ ਬਾਅਦ ਰਾਊਂਡ ਟੇਬਲ ਕਾਨਫਰੰਸ ਜਿਹੜੀ ਸੀਗੀ ਉਹ ਸ਼ੁਰੂ ਹੋ ਜਾਂਦੀ ਹੈ। ਔਰ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਪਹਿਲੀ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਜਿਹੜਾ ਸੀਗਾ ਉਸ ਤੋਂ ਬਾਅਦ ਸੈਕੰਡ ਰਾਊਂਡ ਟੇਬਲ ਕਾਨਫਰੰਸ, ਉਹਦੇ ਵਿੱਚ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਇਟ ਵਾਜ਼ ਰਿਪਰੈਜ਼ੈਂਟਡ ਬਾय ਸਰਦਾਰ ਉਜਵਲ ਸਿੰਘ। ਠੀਕ ਹੈ ਜੀ, ਇਹ ਵੀ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਸੈਕੰਡ ਰਾਊਂਡ ਟੇਬਲ ਕਾਨਫਰੰਸ ਜਿਹੜੀ ਕਿ ਹੋਈ ਉਹਦੇ ਵਿੱਚ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਕਿਸਨੇ ਕੀਤੀ? ਦੈਟ ਵਾਜ਼ ਮੇਡ ਬਾय ਸਰਦਾਰ ਉਜਵਲ ਸਿੰਘ। ਉਸ ਚੀਜ਼ ਨੂੰ ਮੈਂ ਲਿਖ ਦਿੰਦਾ, ਠੀਕ ਹੈ, ਕਿਉਂਕਿ ਇਹ ਇੰਪੋਰਟੈਂਟ ਚੀਜ਼ ਹੈ। ਹਾਂਜੀ, ਸਰਦਾਰ ਉਜਵਲ ਸਿੰਘ। ਦਿਸ ਇਜ਼ ਇੰਪੋਰਟੈਂਟ। ਠੀਕ ਹੈ ਜੀ, ਔਰ ਉਹਨਾਂ ਦਾ ਸੁਝਾਅ ਕੀ ਸੀਗਾ? ਠੀਕ ਹੈ ਜੀ, ਨਾਓ ਬੇਸਿਕਲੀ ਕਮਿਊਨਲ ਫੀਲਿੰਗਸ ਤਾਂ ਚਾਰੇ ਪਾਸੇ ਫੈਲਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਠੀਕ ਹੈ ਜੀ, ਪੰਜਾਬ ਇੱਕ ਇਲਾਕਾ ਸੀਗਾ। ਹੁਣ ਜੇ ਕਿਤੇ ਵੀ ਇਲੈਕਸ਼ਨਾਂ ਹੁੰਦੀਆਂ ਨੇ ਤਾਂ ਉਹਦੇ 'ਚ ਮੁਸਲਿਮ ਮੈਜੋਰਿਟੀ ਹੋਏਗੀ ਉਹ, ਕਿਉਂਕਿ ਉਹਨਾਂ ਦੀ ਜਿਹੜੀ ਸੀ ਆਬਾਦੀ ਬਹੁਤ ਜ਼ਿਆਦਾ ਹੈ। ਠੀਕ ਹੈ ਜੀ, ਔਰ ਜਿਹੜੇ ਹਿੰਦੂ ਐਂਡ ਸਿੱਖਸ ਨੇ ਦੇ ਆਰ ਇਨ ਮਾਈਨੋਰਿਟੀ ਐਂਡ ਡੈਫੀਨੇਟਲੀ ਦੇ ਵਿਲ, ਉਹਨਾਂ ਨੂੰ ਸੀਗਾ ਕਿ ਕਿਤੇ ਨਾ ਕਿਤੇ ਉਹ ਸਫਰ ਕਰਨਗੇ ਉਹ। ਤਾਂ ਉਜਵਲ ਸਿੰਘ ਨੇ ਇੱਕ ਪ੍ਰਪੋਜ਼ਲ ਦਿੱਤੀ ਕਿ ਜਿਹੜੇ ਪੰਜਾਬ ਦੇ ਕੁਝ ਇਲਾਕੇ ਨੇ ਉਹ ਪੰਜਾਬ ਤੋਂ ਕੱਟ ਕੇ ਜਿਹੜੇ ਸੀ ਦੇ ਸ਼ੁੱਡ ਬੀ ਮਰਜ ਵਿਦ ਦਾ ਜਿਹੜਾ ਫਰੰਟੀਅਰ ਪ੍ਰੋਵਿੰਸ ਹੈ ਉਹਦੇ ਨਾਲ ਮਰਜ ਕਰ ਦੇਣਾ ਚਾਹੀਦਾ ਹੈ। ਠੀਕ ਹੈ, ਉਹਦਾ ਰਿਜ਼ਲਟ ਕੀ ਨਿਕਲੇਗਾ ਕਿ ਮੁਸਲਿਮ ਪੋਪੂਲੇਸ਼ਨ ਇਨ ਪੰਜਾਬ ਵਿਲ ਗੈਟ ਰਿਡਿਊਸਡ। ਉਹਨਾਂ ਦਾ ਬੜਾ ਕਲੀਅਰ ਮਕਸਦ ਸੀਗਾ ਕਿ ਮੁਸਲਿਮ ਪੋਪੂਲੇਸ਼ਨ ਇਨ ਪੰਜਾਬ ਵਿਲ ਗੈਟ ਰਿਡਿਊਸਡ। ਠੀਕ ਹੈ, ਔਰ ਤਕਰੀਬਨ ਇਕੁਅਲ ਰਿਪਰੈਜ਼ੈਂਟੇਸ਼ਨ ਹੋ ਜਾਏਗੀ ਮੁਸਲਿਮਸ ਦੀ, ਹਿੰਦੂਜ਼ ਦੀ। ਸਿੱਖਾਂ ਦੀ ਗਿਣਤੀ ਤਾਂ ਘੱਟ ਹੀ ਸੀਗੀ, ਉਹ ਤਾਂ ਰਹਿਣੀ ਹੋਈ ਸੀਗੀ ਉਹ, ਪਰ ਕੋਈ ਵੀ ਇੱਕ ਕਮਿਊਨਿਟੀ ਦੂਜੇ ਦੇ ਉੱਤੇ ਕਿਸੇ ਦੂਸਰੇ ਦੀ ਸਪੋਰਟ ਤੋਂ ਬਿਨਾਂ ਰਾਜ ਨਹੀਂ ਕਰ ਸਕੇਗੀ। ਦੈਟ ਵਾਜ਼ ਹਿਜ਼ ਆਈਡੀਆ। ਠੀਕ ਹੈ ਜੀ, ਪਰ ਇਹ ਗੱਲ ਤਾਂ ਮੁਸਲਿਮ ਲੀਗ ਨੇ ਬਿਲਕੁਲ ਰਿਜੈਕਟ ਕਰ ਦਿੱਤੀ। ਠੀਕ ਹੈ, ਦੇ ਨੈਵਰ ਐਕਸੈਪਟਡ ਦਿਸ ਪ੍ਰਪੋਜ਼ਲ। ਠੀਕ ਹੈ, ਸੋ that is how this went to the, you can say, cold store। ਹੁਣ ਆਪਣੇ ਕੋਲ ਆ ਜਾਂਦਾ ਹੈ ਕਿ ਕਮਿਊਨਲ ਅਵਾਰਡ ਆ ਜਾਂਦਾ ਹੈ। ਠੀਕ ਹੈ ਜੀ, ਕਮਿਊਨਲ ਅਵਾਰਡ 1932। ਬ੍ਰਿਟੇਨ ਦੇ ਵਿੱਚ ਮੈਕਡੋਨਲਡ ਹੀ ਬਿਕਮਸ ਦਾ ਪ੍ਰਾਈਮ ਮਿਨਿਸਟਰ। ਠੀਕ ਹੈ ਜੀ, ਐਂਡ ਉਹ ਆਪਣਾ ਡਿਸਾਈਡ ਕਰਦੇ ਨੇ ਕਿ ਆਪਣਾ ਜਿਹੜੀ ਸੀਗੀ ਇਲੈਕਸ਼ਨਾਂ ਜਿਹੜੀਆਂ ਹੋਣਗੀਆਂ ਪ੍ਰੋਵਿੰਸਿਸ ਦੇ ਵਿੱਚ, ਦੇ ਸ਼ੁਡ ਟੇਕ ਪਲੇਸ ਔਨ ਦਾ ਕਮਿਊਨਲ ਬੇਸਿਸ। ਔਰ ਮੁਸਲਿਮਸ ਨੂੰ ਔਰ ਸਿੱਖਾਂ ਨੂੰ ਉਹਨਾਂ ਨੇ ਸੀਟਾਂ ਜਿਹੜੀਆਂ ਸੀਗੀਆਂ ਉਹਦੇ 'ਚ ਰਿਜ਼ਰਵ ਕਰ ਦਿੱਤੀਆਂ ਕਿ 86 ਸੀਟਾਂ ਜਿਹੜੀਆਂ ਸੀਗੀਆਂ ਉਹ ਮੁਸਲਿਮਸ ਦੀਆਂ ਹੋਣਗੀਆਂ
ਔਰ 33 ਸੀਟਾਂ ਜਿਹੜੀਆਂ ਸੀਗੀਆਂ ਉਹ ਸਿੱਖਾਂ ਦੀਆਂ ਹੋਣਗੀਆਂ। ਠੀਕ ਹੈ ਜੀ, ਦੈਟ ਇਜ਼ ਹਾਊ ਉਹਨਾਂ ਨੇ ਇੱਕ ਅਵਾਰਡ ਦਿੱਤਾ। ਨਾਓ ਦਿਸ ਅਵਾਰਡ ਵਾਜ਼ ਵਾਂਸ ਅਗੇਨ ਨਾਟ ਐਕਸੈਪਟਡ। ਠੀਕ ਹੈ ਜੀ, ਇਹਦਾ ਸਾਰਿਆਂ ਨੇ, ਸਿੱਖਾਂ ਨੇ ਵੀ ਹਿੰਦੂਆਂ ਨੇ ਵੀ ਵਿਰੋਧ ਕੀਤਾ। ਠੀਕ ਹੈ ਜੀ, ਕਿ ਸਾਨੂੰ ਇਹ ਅਵਾਰਡ ਮਿਲ कि साड़ी रिप्रजेंटेशन बहुत घट है। ठीक है जी, और हिंदूज़ ने कि भी ये कम्यूनल बेसिस के उत्ते अवार्ड है, ये कम्यूनल बेसिस ते अवार्ड नहीं होना चाहिए। सो दैट इज़ हाउ कि यह जो अवार्ड सीगा ये एक्सैप्ट नहीं किया गया। ठीक है जी, तो चीज़ को किते बाद विच होर आपां दोबारा एक्सप्लेन करांगे। हुण आपां आ जाते हैं कि जिहड़ी पाकिस्तान की डिमांड है, ठीक है जी, वो किवें मतलब कि उभर के आई। इलैक्शनां होईयां पंजाब दे विच, और वो इलैक्शनां दे विच की होया आपां फिर दोबारा किते ना किते गल करते हैं। ठीक है जी, पर जे आपां गल करिए पाकिस्तान की डिमांड हुण कित्थों आई, तो 1940 दे विच, ठीक है जी, 1940 दे विच 1940, दैट इज नोन बाय द नेम ऑफ लाहौर रेजोल्यूशन। लाहौर रेजोल्यूशन, ठीक है जी, लाहौर रेजोल्यूशन जो सीगा वो पास किया गया, और उहदे विच भी पाकिस्तान की डिमांड नहीं सी। ठीक है जी, वट दे डिमांडेड वॉज एन एरिया, ठीक है जी, जिथे कि उन्हां दी दे शुड बी कि अपना हिंदुस्तान दे विच ही एक मुस्लिम मेजोरिटी एरिया। दैट इज़ वट वॉज द डिमांड ऑफ मुस्लिम लीग इन 1940 लाहौर रेजोल्यूशन, जिन्हों के कांग्रेसियां ने और हिंदू महासभा ने उन्होंने पाकिस्तान रेजोल्यूशन कहा। ठीक है, उन्होंने कहा कि दिस लाहौर जिहड़ा सीगा अपना रेजोल्यूशन है, दिस इज़ ए डिमांड फॉर पाकिस्तान। ठीक है, तो दैट इज़ हाउ द थिंग स्टार्टेड। नाउ बाय दिस टाइम जिन्ना हैड कम बैक। ठीक है, जो आप गल करिए मुहम्मद अली जिन्ना की, मुहम्मद अली जिन्ना पहला वो कांग्रेस विच होंदे सीगे, कांग्रेस तो बाद वो मुस्लिम लीग दे विच आए, मुस्लिम लीग तो बाद वो 1920 तो लैके थोड़े देर तक वो मुस्लिम लीग च एक्टिव रहे, पर उस तो बाद वो निराश होकर जो सीगे ही वेंट बैक टू लंडन। ठीक है जी, लंडन चले गए वो, और उत्थे अपने उन्होंने लीगल प्रैक्टिस शुरू कर दी। और उस दौरान दे मुहम्मद इकबाल जिहड़े कि बहुत मशहूर पोइट हुए ने, ही वॉज एट द हेम ऑफ अफेयर्स, और उस फिर 30s ਦੇ ਵਿੱਚ once again came back and he was accepted as the leader of Muslim League. ठीक है जी, now in this particular resolution, Lahore resolution, which was prepared by Zafrullah and President Fazlul Haq of Bengal, ठीक है जी, उन्होंने एक resolution जरा सीगा पेश किया, which was accepted by the अपना Muslim League ਦੀ ਜਿਹੜੀ ਕਾਨਫਰੰਸ ਹੋਈ 1940 ਉਹਦੇ 'ਚ ਐਕਸੈਪਟ ਹੋਇਆ। ਨਾਓ ਇਹਦੀ ਰਿਟੈਲੀਏਸ਼ਨ ਦੇ ਵਿੱਚ ਕੀ ਹੋਇਆ ਹੁਣ, ਠੀਕ ਹੈ ਜੀ, ਇਹ ਵੀ ਚੀਜ਼ ਸਾਨੂੰ ਜਾਣ ਲੈਣੀ ਬਹੁਤ ਜ਼ਰੂਰੀ ਹੈ ਕਿ ਇਹਦੇ ਰਿਟੈਲੀਏਸ਼ਨ ਦੇ ਵਿੱਚ ਅਟਾਰੀ ਕਾਨਫਰੰਸ ਕੀਤੀ ਅਕਾਲੀਆਂ ਨੇ। ਅਕਾਲੀਆਂ ਨੇ ਕਿਹੜੀ ਕਾਨਫਰੰਸ ਕੀਤੀ? ਦੇ ਹੈਲਡ ਏ ਅਟਾਰੀ ਕਾਨਫਰੰਸ। ਜਿਹਦੇ बहुत वड्डी गिनती ਦੇ ਵਿੱਚ ਅਕਾਲੀ ਆਗੂਆਂ ਨੇ ਲਿੱਤਾ, ਔਰ ਉਹਦੇ ਵਿੱਚ ਉਹਨਾਂ ਨੇ ਡਿਮਾਂਡ ਕੀਤੀ ਕਿ ਸਿੱਖਾਂ ਵਾਸਤੇ ਵੀ ਕੋਈ ਅਲੱਗ ਇਲਾਕਾ ਜਿਹੜਾ ਸੀਗਾ ਉਹਦੇ ਵਾਸਤੇ ਜਿਹੜਾ ਸੀਗਾ ਉਹ ਰੱਖਿਆ ਜਾਣਾ ਚਾਹੀਦਾ ਹੈ। ਠੀਕ ਹੈ, ਔਰ ਉਹਦੇ ਵਿੱਚ ਹੀ ਜਿਹੜਾ ਸੀਗਾ एक डॉक्टर VP, आई एम फॉरगेटिंग द नेम, ठीक है जी, कि उन्होंने एक डिमांड रखी कि जिहदे च उन्होंने डिमार्केशन ऑफ द बाउंड्रीज भी दी। ठीक है, कि दीज आर द बाउंड्रीज विच जिहड़ा कि सीगा जिहदे विच जिहड़ा सिखां वास्ते एक इस तरह का इलाका जिहड़ा सीगा ये बनाया जाना चाहिए है। ठीक है, वंस अगेन इट वॉज ए डिमांड। ठीक है, इट वॉज नॉट समथिंग विच वॉज एक्सेप्टेड बाय एनीबडी, इट वॉज ए डिमांड बाय द अकाली। ठीक है, नाउ उस तो बाद की होंदा तुहाडा ये कि यू नो दुनिया दे विच वर्ल्ड वॉर 2 शुरू हो चुकी है, और वर्ल्ड वॉर दे विच किते ना किते सानूं भारतीय फौजां दी भी जरूरत है, और उन्होंने ये भी जरूरत है कि हिंदुस्तान दे विच भी गड़बड़ ना होवे किते। ठीक है, सो दे सीक सपोर्ट, और उहदे वास्ते वो भारतीयों की सपोर्ट लैन वास्ते हिंदुस्तान च एक कमीशन आउंदा है जिन्हों कि आपां
ਜਾਣਦੇ ਹਾਂ ਕ੍ਰਿਪਸ ਕਮਿਸ਼ਨ ਦੇ ਨਾਮ ਨਾਲ ਠੀਕ ਹੈ ਜੀ। ਔਰ ਉਹਦੀ ਗੱਲਬਾਤ ਜਿਹੜੀ ਸੀਗੀ ਮਹਾਤਮਾ ਗਾਂਧੀ ਨਾਲ, ਕਾਂਗਰਸ ਦੇ ਨਾਲ, ਮੁਸਲਿਮ ਲੀਗ ਦੇ ਨਾਲ, ਉਹ ਫੇਲ ਹੋ ਗਈ। ਕਿਉਂ? ਕਿਉਂਕਿ ਮੁਸਲਿਮ ਲੀਗ ਦੇ ਵਾਂਟਡ ਕਿ ਦੇਰ ਸ਼ੁੱਡ ਬੀ ਏ ਡਿਮਾਂਡ ਫॉर ਪਾਕਿਸਤਾਨ ਜਿਹੜੀ ਕਿ ਐਕਸੈਪਟ ਹੋਣੀ ਚਾਹੀਦੀ ਹੈ। ਕਾਂਗਰਸ ਨੂੰ ਉਹ ਡਿਮਾਂਡ ਜਿਹੜੀ ਸੀ ਉਹ ਮਨਜ਼ੂਰ ਨਹੀਂ ਸੀਗੀ, ਤੇ ਇਸ ਕਰਕੇ ਕ੍ਰਿਪਸ ਮਿਸ਼ਨ ਫੇਲ ਹੋ ਗਿਆ ਔਰ ਉਹ ਜਿਹੜੀ ਗੱਲਬਾਤ ਸੀਗੀ ਸਾਰੀ ਸਾਰੀ ਠੰਡੇ ਬਸਤੇ ਚਲੀ ਗਈ। ਕਿਉਂ? ਕਿਉਂਕਿ ਵਰਲਡ ਵਾਰ ਚੱਲਦੀ ਪਈ ਸੀ। ਤਾਂ ਜਦੋਂ 1945 ਚ ਵਰਲਡ ਵਾਰ ਖਤਮ ਹੋਈ ਤਾਂ ਖਤਮ ਹੋਣ ਤੋਂ ਬਾਅਦ ਫਿਰ ਉੱਥੇ ਉਹਨਾਂ ਨੇ ਇੱਕ ਕਮਿਸ਼ਨ ਭੇਜਿਆ। ਉਸ ਵੇਲੇ ਬ੍ਰਿਟਿਸ਼ ਐਟਲੀ, ਕਲੇਮੈਂਟ ਐਟਲੀ, ਹੀ ਬਿਕੇਮ ਦਾ ਪ੍ਰਾਈਮ ਮਿਨਿਸਟਰ ਆਫ ਆਪਣਾ ਬ੍ਰਿਟੇਨ। ਉਸ ਤੋਂ ਪਹਿਲਾਂ ਜਿਹੜਾ ਸੀਗਾ ਉਹਨਾਂ ਨੇ ਇੱਕ ਕਮਿਸ਼ਨ ਭੇਜਿਆ ਜਿਹਨੂੰ ਕਿ ਆਪਾਂ ਜਾਣਦੇ ਹਾਂ ਕ੍ਰਿਪਸ ਕੈਬਨਿਟ ਮਿਸ਼ਨ ਦੇ ਨਾਮ ਨਾਲ ਜਾਣਦੇ ਹਾਂ। ਕੈਬਨਿਟ ਮਿਸ਼ਨ ਜਿਹੜਾ ਸੀਗਾ ਇਟ ਵਾਸ ਸੈਂਟ ਟੂ ਇੰਡੀਆ ਟੂ ਐਕਸਪਲੋਰ ਦਾ ਪੋਸੀਬਿਲਿਟੀਜ਼ ਕਿ ਆਪਾਂ ਜਿਹੜੀ ਸੀਗੀ ਪਾਵਰ ਹੈਂਡਓਵਰ ਕਰਨੀ ਆ ਜਾਂ ਡੋਮੀਨੀਅਨ ਸਟੇਟਸ ਦੇਣਾ ਹੈ ਹਿੰਦੁਸਤਾਨ ਨੂੰ, ਤਾਂ ਉਹ ਠੀਕ ਹੈ। ਸੋ ਦੀਸ ਥਿੰਗਸ ਵਰ ਬੀਇੰਗ ਡਿਸਾਈਡਡ। ਪਰ ਇਹਦੀ ਮੀਟਿੰਗਾਂ ਹੋਈਆਂ, ਸ਼ਿਮਲੇ 'ਚ ਮੀਟਿੰਗਾਂ ਹੋਈਆਂ ਜਿਹਦੇ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ। ਠੀਕ ਹੈ ਜੀ। ਮੁਸਲਿਮ ਲੀਗ ਦੇ ਵਰ ਬੈਂਟ ਅਪॉन ਕਿ ਸਾਨੂੰ ਆਪਣਾ ਪਾਕਿਸਤਾਨ ਹੀ ਚਾਹੀਦਾ, ਅਲੱਗ ਹੀ ਚਾਹੀਦਾ। ਦੇ ਵਰ ਨਾਟ ਰੈਡੀ ਟੂ ਐਕਸੈਪਟ ਕਿ ਇੱਕ ਐਸੀ ਲੂਜ਼ ਕੌਨਫੈਡਰੇਟ ਬਣ ਜਾਏ ਜਿਹਦੇ ਵਿੱਚ ਇੱਕ ਪਾਕਿਸਤਾਨ ਦਾ ਹੋਏਗਾ, ਬਾਕੀ ਮੁਸਲਿਮ ਹਿੰਦੂ ਮੈਜੋਰਟੀ ਏਰੀਆ ਹੋਏਗਾ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੋਈ ਜਿਹੜੀ ਕਿ ਵਾਸ ਨਾਟ ਐਕਸੈਪਟਡ। ਠੀਕ ਹੈ ਜੀ। ਸੋ ਜਿਹੜਾ ਸੀਗਾ ਇਹ ਮਿਸ਼ਨ ਜਿਹੜਾ ਸੀਗਾ ਬੇਸਿਕਲੀ ਹੋ ਤਾਂ ਫੇਲ ਗਿਆ, ਪਰ ਕਿਤੇ ਨਾ ਕਿਤੇ ਅੰਦਰ ਖਾਤੇ ਇਹ ਚੀਜ਼ ਡਿਮਾਂਡ ਮੰਨ ਲਿੱਤੀ ਗਈ ਕਿ ਸ਼ਾਇਦ ਕੋਈ ਹੋਰ ਰਸਤਾ ਨਹੀਂ ਹੈ ਬਜਾਏ ਇਸ ਦੇ ਕਿ ਪਾਕਿਸਤਾਨ ਦੀ ਡਿਮਾਂਡ ਨੂੰ ਮੰਨ ਲਿੱਤਾ ਜਾਏ। ਨਾ ਇੱਥੇ ਹੁਣ ਥੋੜ੍ਹੀ ਜਿਹੀ ਵੈਸੇ ਤਾਂ ਉਹ ਗੱਲ ਹਿਸਟਰੀ 'ਚ ਆ ਜਾਂਦੀ ਹੈ, ਪੰਜਾਬ ਦੇ ਨਾਲ ਡਾਇਰੈਕਟਲੀ ਰਿਲੇਟਡ ਨਹੀਂ ਹੈਗੀ ਉਹ, ਪਰ ਮੈਂ ਕਹਿਣਾ ਚਾਹਾਂਗਾ ਇੱਥੇ ਕਿ ਹਿੰਦੁਸਤਾਨ ਦੇ ਵਿੱਚ ਦੁਬਾਰਾ ਇਲੈਕਸ਼ਨਾਂ ਕਰਾਈਆਂ ਗਈਆਂ। ਇਲੈਕਸ਼ਨਾਂ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਸੀਗੀ ਉਹ ਫਿਰ ਦੁਬਾਰਾ ਮੈਜੋਰਿਟੀ ਦੇ ਵਿੱਚ ਆ ਗਈ ਔਰ ਉਹਦੇ ਵਿੱਚ ਕਈ ਜਗ੍ਹਾ 'ਤੇ ਮੁਸਲਿਮ ਲੀਗ ਜਿਹੜੀ ਸੀ ਉਹਨਾਂ ਨੂੰ ਵੀ ਮਤਲਬ ਕਿ ਸੀਟਾਂ ਮਿਲੀਆਂ। ਤੇ ਬ੍ਰਿਟਿਸ਼ਰਸ ਦੇ ਵਾਂਟਡ ਕਿ ਦੋਨੋਂ ਮਿਲ ਕੇ ਸਰਕਾਰ ਬਣਾਉਣ। ਠੀਕ ਹੈ ਜੀ। ਔਰ ਸਰਕਾਰ ਬਣਾਉਣ ਦੇ ਵਿੱਚ ਉਹਨਾਂ ਦਾ ਮਸੌਦਾ ਕੀ ਰਹੇਗਾ ਕਿ ਕੋਈ ਲੂਜ਼ ਕੌਨਫੈਡਰੇਟ ਬਣ ਜਾਏ ਤਾਂ ਕਿ ਹਿੰਦੁਸਤਾਨ ਦੀ ਡਿਵੀਜ਼ਨ ਨਾ ਹੋਵੇ। ਮੁਸਲਿਮ ਲੀਗ ਨੂੰ ਇਹ ਬਿਲਕੁਲ ਪਸੰਦ ਨਹੀਂ ਸੀਗਾ ਇਸ ਗੱਲ ਬਾਰੇ। ਠੀਕ ਹੈ ਜੀ। ਉਹ ਤਾਂ ਬਜਿੱਦ ਸੀਗੇ ਕਿ ਸਾਨੂੰ ਤਾਂ ਚਾਹੀਦਾ ਤੇ ਪਾਕਿਸਤਾਨ ਹੀ ਚਾਹੀਦਾ। ਠੀਕ ਹੈ ਜੀ। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਆਪਣਾ ਇੱਕ ਡਾਇਰੈਕਟ ਐਕਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਔਰ ਉਸ ਤੋਂ ਬਾਅਦ ਹਿੰਦੁਸਤਾਨ ਦੇ ਕਤਲੋ ਗਾਰਤ ਜਿਹੜੀ ਸੀ ਉਹ ਸ਼ੁਰੂ ਹੋ ਗਈ। ਨਾ ਥੋੜ੍ਹੀ ਜਿਹੀ ਇੱਥੇ ਮੈਂ ਹੋਰ ਜਿਹੜੀ ਇਨਫੋਰਮੇਸ਼ਨ ਤੁਹਾਡੇ ਨਾਲ ਮੈਂ ਜੇ ਸ਼ੇਅਰ ਕਰਾਂ ਕਿ 20 ਫਰਵਰੀ 1947, ਠੀਕ ਹੈ ਜੀ, 20 ਫਰਵਰੀ 1947, ਠੀਕ ਹੈ ਜੀ, ਉਹਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਕਿ ਇੰਡੀਆ ਨੂੰ 1900 ਇੰਡੀਪੈਂਡੈਂਸ ਦਿੱਤੀ ਜਾਏਗੀ। ਇੰਡੀਆ ਵਿਲ ਬੀ ਮੇਡ ਇੰਡੀਪੈਂਡੈਂਟ। ਠੀਕ ਹੈ ਜੀ। ਔਰ ਜਿਵੇਂ ਮੈਂ ਕਿ ਤੁਹਾਨੂੰ ਦੱਸਿਆ ਕਿ ਉਸ ਤੋਂ ਬਾਅਦ ਜਿਹੜਾ ਸੀਗਾ ਡਾਇਰੈਕਟ ਐਕਸ਼ਨ ਪ੍ਰੋਗਰਾਮ ਹੋ ਗਏ ਤੇ ਲੜਾਈ ਝਗੜੇ ਸ਼ੁਰੂ ਹੋ ਗਏ ਔਰ ਉਸ ਤੋਂ ਬਾਅਦ ਮਾਰਚ 1947 ਦੇ ਵਿੱਚ ਮਾਊਂਟ ਬੈਟਨ ਨੂੰ ਭਾਰਤ ਦਾ ਵਾਇਸਰਾਏ ਅਪਾਇੰਟ ਕਰ ਦਿੱਤਾ ਗਿਆ। ਠੀਕ ਹੈ ਜੀ। ਔਰ 3 ਜੂਨ 1947 ਨੂੰ ਉਹਨਾਂ ਨੇ ਐਲਾਨ ਕਰ ਦਿੱਤਾ ਕਿ 15 ਅਗਸਤ 1947 ਨੂੰ ਇੰਡੀਆ ਨੂੰ ਇੰਡੀਪੈਂਡੈਂਸ ਦੇ ਦਿੱਤੀ ਜਾਏਗੀ। 15 ਅਗਸਤ 1947 ਨੂੰ ਭਾਰਤ ਨੂੰ ਇੰਡੀਪੈਂਡੈਂਸ ਦੇ ਦਿੱਤੀ ਜਾਏਗੀ ਔਰ ਉਹਦੇ ਨਾਲ ਜਿਹੜੇ ਸੀਗੇ ਦੰਗੇ ਵੀ ਵੱਧ ਗਏ ਔਰ ਉਹਦੇ ਨਾਲ ਹੀ ਜਿਹੜੀ ਪਾਕਿਸਤਾਨ ਦੀ ਡਿਮਾਂਡ ਸੀਗੀ ਉਹ ਵੀ ਜਿਹੜੀ ਸੀ ਮੰਨ ਲਿੱਤੀ ਗਈ ਕਿਉਂਕਿ ਮੁਸਲਿਮ ਲੀਗ ਦੇ ਜਿੰਨੇ ਵੀ ਰਿਪਰੈਜ਼ੈਂਟੇਟਿਵ ਸੀਗੇ ਇਨ ਦਾ ਕੌਂਸਟੀਟਿਊਂਟ ਅਸੈਂਬਲੀ, ਜਿਹੜਾ ਕਿ ਮੈਂ ਤੁਹਾਨੂੰ ਗੱਲ ਕੀਤੀ ਕਿ ਇਲੈਕਸ਼ਨਾਂ ਹੋਈਆਂ, ਇਲੈਕਸ਼ਨ ਦੇ ਵਿੱਚ ਕਾਂਗਰਸ ਔਰ ਮੁਸਲਿਮ ਲੀਗ ਦੇ ਬੰਦੇ ਜਿੱਤੇ ਪਰ ਉਹਦੇ 'ਚ ਮੁਸਲਿਮ ਲੀਗ ਨੇ ਸ਼ਿਰਕਤ ਕੀਤੀ ਨਹੀਂ। ਠੀਕ ਹੈ ਜੀ। ਉਹਨਾਂ ਨੇ ਡਾਇਰੈਕਟ ਐਕਸ਼ਨ ਪ੍ਰੋਗਰਾਮ ਦਿੱਤਾ ਔਰ ਕਿਹਾ ਕਿ ਸਾਨੂੰ ਤਾਂ ਸਿਰਫ ਪਾਕਿਸਤਾਨ ਚਾਹੀਦਾ, ਸਾਨੂੰ ਹਿੰਦੁਸਤਾਨ ਦੇ ਨਾਲ ਕੋਈ ਮਤਲਬ ਨਹੀਂ। ਠੀਕ ਹੈ। ਸੋ ਦੈਟ ਇਜ਼ ਹਾਊ ਕਿ ਆਪਾਂ ਪਹੁੰਚ ਗਏ 15 ਅਗਸਤ 1947 ਦੇ ਟਾਈਮ ਦੇ ਉੱਤੇ, ਜਿਸ ਵੇਲੇ ਕਿ ਪੰਜਾਬ ਦੀ ਪਾਰਟੀਸ਼ਨ ਹੋਈ,
कतलो गारत होया, लखां लोग मारे गए और किन्ने लख ਜਿਹੜੇ ਸੀ ਬੇਘਰ ਹੋਏ, ਕਿੰਨੇ ਉਜੜੇ, ਕਿੰਨੇ ਮਾਵਾਂ ਧੀਆਂ ਜਿਹੜੀਆਂ ਸੀ ਉਹਨਾਂ ਜਿਹੜੀਆਂ ਸੀ ਮਾਰੀਆਂ ਗਈਆਂ। ਠੀਕ ਹੈ ਜੀ। ਸੋ ਉਹਦਾ ਕੋਈ ਹਿਸਾਬ ਨਹੀਂ। ਠੀਕ ਹੈ ਜੀ। ਵੈਸੇ ਨੰਬਰਸ, ਸਟੈਟਿਕਸ ਇਹ ਕਹਿੰਦੇ ਨੇ ਕਿ 2.5 ਲੱਖ ਹਿੰਦੂ ਤੇ ਸਿੱਖ ਮਾਰੇ ਗਏ ਤੇ 5 ਲੱਖ ਦੇ ਕਰੀਬ ਮੁਸਲਮਾਨ ਜਿਹੜੇ ਕਿ ਈਸਟ ਪੰਜਾਬ ਦੇ ਵਿੱਚ ਰਹਿੰਦੇ ਸੀਗੇ। ਠੀਕ ਹੈ ਜੀ। ਦੇ ਵਰ ਕਿਲਡ। ਇਹ ਵੀ ਕਿਹਾ ਜਾਂਦਾ ਹੈ ਕਿ ਈਸਟ ਪੰਜਾਬ ਵਾਲੇ ਜਿੰਨੇ ਕੁ ਮੁਸਲਮਾਨ ਸੀ ਕੋਈ ਛੱਡੇ ਹੀ ਨਹੀਂ, ਤਕਰੀਬਨ ਸਾਰੇ ਦਿੱਤੇ। ਠੀਕ ਹੈ ਜੀ। ਇਹ ਵੀ ਮੈਂ ਕਿਤੇ ਕਿਤਾਬ 'ਚ ਪੜ੍ਹ ਰਿਹਾ ਸੀਗਾ, ਰਾਜ ਮੋਹਨ ਗਾਂਧੀ ਦੀ ਕਿਤਾਬ, ਉਹਦੇ 'ਚ ਮੈਂ ਕਿਤੇ ਦੇਖ ਰਿਹਾ ਸੀਗਾ ਤੇ ਉਹਦੇ ਵਿੱਚ ਜਲੰਧਰ ਡਿਵੀਜ਼ਨ ਦੇ ਵਿੱਚ one official was appointed. He came back from ਲਾਹੌਰ ਤੋਂ ਆਇਆ ਸੀ ਕਿ ਰਾਵਲਪਿੰਡੀ ਤੋਂ ਆਇਆ ਸੀ, ਮੈਨੂੰ ਇੰਨਾ ਯਾਦ ਨਹੀਂ। ਤੇ ਉਹਨੇ ਉਹਦਾ ਮੁੰਡਾ ਹੀ ਵਾਸ ਕਿਲਡ ਇਨ ਦਾ ਰਾਈਟਸ ਇਨ ਪਾਕਿਸਤਾਨ। ਠੀਕ ਹੈ। ਤਾਂ ਉਹਨੇ ਕਿਹਾ ਕਿ ਤੁਹਾਨੂੰ ਪੂਰੀ ਆਜ਼ਾਦੀ ਹੈ, ਜੋ ਕਰਨਾ ਕਰ ਦਿਓ, ਜਿਵੇਂ ਤੁਸੀਂ ਕਰਨਾ ਚਾਹੁੰਦੇ ਹੋ ਮੁਸਲਮਾਨਾਂ ਨਾਲ ਕਰੋ। ਠੀਕ ਹੈ। ਔਰ ਬਹੁਤ ਸਾਰੇ ਜਿਹੜੇ ਮੁਸਲਮਾਨ ਸੀਗੇ ਦੇ ਵਰ ਕਿਲਡ। ਠੀਕ ਹੈ। ਤਾਂ ਮੈਂ ਸਿਰਫ ਇਹ ਗੱਲ ਇਸ ਕਰਕੇ ਦੱਸ, ਇਹ ਜਿਹੜੀ ਇਨਸਾਨੀਅਤ ਹੈ ਨਾ, ਠੀਕ ਹੈ, ਇਨਸਾਨੀਅਤ ਦਾ ਧਰਮ ਦੇ ਨਾਲ ਕੋਈ ਤਾਲੁਕਾਤ ਨਹੀਂ ਹੈ। ਠੀਕ ਹੈ। ਇਹ ਸਿਰਫ ਪੋਲੀਟਿਕਸ ਹੋ ਜਾਂਦੀ ਹੈ ਕਿਸੇ ਨਾ ਕਿਸੇ ਵੇਲੇ। ਠੀਕ ਹੈ। ਸੋ ਦੈਟ ਇਜ਼ ਵਟ ਵੀ ਨੀਡ ਟੂ ਅੰਡਰਸਟੈਂਡ ਆਲਸੋ। ਚਲੋ 15 ਅਗਸਤ ਆ ਗਿਆ। ਠੀਕ ਹੈ ਜੀ। ਤਾਂ ਹੁਣ ਗੱਲ ਇਹ ਆਈ ਕਿ ਲਾਈਨਾਂ ਕਿੱਥੇ ਖਿੱਚੀਆਂ ਜਾਣੀਆਂ ਨੇ, ਕਿਹੜਾ ਹਿੱਸਾ ਭਾਰਤ ਦੇ ਹਿੱਸੇ 'ਚ ਆਉਣਾ ਤੇ ਕਿਹੜਾ ਹਿੱਸਾ ਪਾਕਿਸਤਾਨ ਦੇ ਹਿੱਸੇ 'ਚ ਆਉਣਾ। ਠੀਕ ਹੈ ਜੀ। ਤਾਂ ਪਾਕਿਸਤਾਨ ਦੇ ਵਿੱਚ ਉਸ ਵੇਲੇ ਨਾ, ਪੰਜਾਬ ਦੇ ਵਿੱਚ ਉਸ ਵੇਲੇ 5 ਡਿਵੀਜ਼ਨਾਂ ਸੀਗੀਆਂ, 29 ਜ਼ਿਲ੍ਹੇ ਸੀ। 5 ਡਿਵੀਜ਼ਨਾਂ, 29 ਜ਼ਿਲ੍ਹੇ। ਠੀਕ ਹੈ ਜੀ। ਇੱਕ ਅੰਬਾਲਾ ਜਾਂ ਦਿੱਲੀ ਡਿਵੀਜ਼ਨ ਕਹਿ ਲਈਏ, ਇੱਕ ਜਲੰਧਰ ਡਿਵੀਜ਼ਨ ਕਹਿ ਲਈਏ, ਇੱਕ ਰਾਵਲਪਿੰਡੀ ਡਿਵੀਜ਼ਨ ਕਹਿ ਲਈਏ, ਇੱਕ ਤੁਹਾਡੀ ਮੁਲਤਾਨ ਡਿਵੀਜ਼ਨ ਹੋ ਗਈ। ਠੀਕ ਹੈ ਜੀ। ਔਰ ਇੱਕ ਤੁਹਾਡੀ ਲਾਹੌਰ ਹੋ ਗਈ। ਠੀਕ ਹੈ। ਇਹ 5 ਡਿਵੀਜ਼ਨਾਂ ਸੀਗੀਆਂ, ਇਹਨਾਂ 'ਚ 29 ਜ਼ਿਲ੍ਹੇ ਸੀਗੇ। ਲਾਹੌਰ, ਮੁਲਤਾਨ ਤੇ ਰਾਵਲਪਿੰਡੀ ਦੇ ਬਿਕੇਮ ਪਾਰਟ ਆਫ ਪਾਕਿਸਤਾਨ। ਲਾਹੌਰ ਦਾ ਕੁਝ ਹਿੱਸਾ ਦੈਟ ਵਾਜ਼ ਮੇਡ, ਕੁਝ ਤਹਿਸੀਲਾਂ, ਠੀਕ ਹੈ, ਜਿਵੇਂ ਕਿ ਅੰਮ੍ਰਿਤਸਰ ਦਾ ਇਲਾਕਾ ਹੋ ਗਿਆ। ਠੀਕ ਹੈ। ਦੇ ਬਿਕੇਮ ਪਾਰਟ ਆਫ ਇੰਡੀਆ। ਔਰ ਸਿਮਿਲਰਲੀ ਜਿਹੜਾ ਸੀਗਾ ਬਾਕੀ ਜਿਹੜਾ ਅੰਬਾਲਾ ਡਿਵੀਜ਼ਨ ਸੀਗਾ ਜਾਂ ਦਿੱਲੀ ਡਿਵੀਜ਼ਨ ਸੀਗਾ, ਇਹਦਾ ਕੋਈ ਇਲਾਕਾ ਜਿਹੜਾ ਸੀਗਾ ਇਹ ਪਾਕਿਸਤਾਨ ਦੇ ਕੋਲ ਨਹੀਂ ਗਿਆ। ਠੀਕ ਹੈ ਜੀ। ਸੋ ਦੈਟ ਇਜ਼ ਹਾਊ ਦਿਸ ਥਿੰਗ ਹੈਪਨ। ਪਰ ਇਹਦੇ ਨਾਲ ਨਾਲ ਆਪਾਂ ਹੋਰ ਦੇਖੀਏ ਕਿ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਹੈ, ਠੀਕ ਹੈ ਨਾ, ਇਹਦੀਆਂ ਇਹ ਜਿਹੜੀ ਲਾਈਨ ਸੀਗੀ ਨਾ, ਦੀ ਡਿਵੀਜ਼ਨ, ਲਾਈਨ ਆਫ ਡਿਵੀਜ਼ਨ ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਠੀਕ ਹੈ ਨਾ, ਇੱਕ ਦੂਜੇ ਨਾਲ ਵੀ ਜਾਣਦੇ ਆ। ਜੇ ਤੁਹਾਨੂੰ ਯਾਦ ਹੋਵੇ ਉਹਦਾ ਨਾਮ ਕੀ ਹੈ, ਰੈਡ ਕਲਿਫ ਲਾਈਨ ਆਲਸੋ। Red Cliff Line. Red Cliff Line. ठीक है। सो एक कमीशन अपॉइंट किया गया, ਉਹਦੇ ਵਿੱਚ 2 ਇੰਡੀਆ ਵੱਲੋਂ 2 ਪਾਕਿਸਤਾਨ ਵੱਲੋਂ। ਉਹਨੇ ਕਿਹਾ ਗਿਆ ਕਿ ਤੁਸੀਂ ਆਪਸ ਬੈਠ ਕੇ ਸਮਝੌਤਾ ਕਰ ਲਓ। ਸਮਝੌਤਾ ਕਾਹਦਾ ਹੋਣਾ, ਦੋਨੋਂ ਬਜਿੱਦ। ਠੀਕ ਹੈ ਜੀ। ਆ ਮੇਰਾ ਇਲਾਕਾ ਤੇ ਆ ਮੇਰਾ ਇਲਾਕਾ, ਮੈਂ ਤਾਂ ਛੱਡਣਾ ਕੋਈ ਨਹੀਂ। ਠੀਕ ਹੈ ਜੀ। then ultimately ਸਾਇਰਲ ਕਲਿਫ, ਠੀਕ ਹੈ ਜੀ, ਉਹਨੇ ਆਪਣੇ ਆਪ ਜਿਹੜੀ ਸੀ ਲਾਈਨਾਂ ਖਿੱਚੀਆਂ। ਔਰ ਜਿਹੜਾ ਡਿਵੀਜ਼ਨ ਜਿਹੜੀ ਸੀਗੀ, ਜਿਹੜੀ ਕਿ ਆਪਾਂ ਕਹਿੰਦੇ ਆ ਕਿ ਆਪਣਾ ਵੈਸਟਰਨ ਪੰਜਾਬ ਦੀ ਜਾਂ ਪੰਜਾਬ ਦੀ ਜਿਹੜੀ ਡਿਵੀਜ਼ਨ ਸੀਗੀ, ਦੈਟ ਵਾਜ਼ ਮੇਡ ਬਾਏ ਸਾਇਰਲ ਰੈਡ ਕਲਿਫ। ਠੀਕ ਹੈ। ਇਹ 15 ਅਗਸਤ ਨੂੰ ਅਨਾਊਂਸ ਨਹੀਂ ਹੋਈ। ਠੀਕ ਹੈ ਜੀ। ਇਟ ਵਾਜ਼ ਅਨਾਊਂਸਡ ਔਨ 17th of August। ਠੀਕ ਹੈ। ਮੈਂ ਪਿੱਛੇ ਗੁਰਦਾਸਪੁਰ ਬਟਾਲੇ ਗਿਆ ਸੀਗਾ, ਧਾਰੀਵਾਲ ਗਿਆ ਸੀਗਾ, ਤੇ ਉੱਥੇ ਲੋਕੀ ਨਾ, ਹੁਣ ਪੁਰਾਣੇ ਲੋਕੀ ਨੇ ਗੱਲਾਂ ਸੁਣਾਉਂਦੇ ਨੇ ਉਹ। ਠੀਕ ਹੈ ਜੀ। ਕਹਿੰਦੇ ਕਿ ਇਹ ਜਿਹੜਾ ਇਲਾਕਾ ਜਿਹੜਾ ਸੀਗਾ ਨਾ, ਇਟ ਵਾਜ਼ ਅਨਾਊਂਸਡ ਕਿ ਵੀ ਇਹ ਪਾਕਿਸਤਾਨ ਦੇ ਹਿੱਸੇ ਚਲਾ ਗਿਆ, ਕਿਉਂਕਿ ਦੈਟ ਵਾਜ਼ ਮੁਸਲਿਮ ਮੈਜੋਰਿਟੀ ਏਰੀਆ। ਬੇਸਿਕਲੀ ਡਿਸਾਈਡ ਕੀਤਾ ਗਿਆ ਸੀਗਾ ਕਿ ਮੁਸਲਿਮ ਏਰੀਆਜ਼ ਵਿਲ ਗੋ ਟੂ ਪਾਕਿਸਤਾਨ ਐਂਡ ਜਿਹੜੇ ਕਿ ਨਾਨ ਮੁਸਲਿਮ ਮੈਜੋਰਿਟੀ ਏਰੀਆ ਦੇ ਗੋ ਟੂ ਹਿੰਦੁਸਤਾਨ। ਤਾਂ ਜਿਹੜੀ ਇਹ ਧਾਰੀਵਾਲ ਦਾ ਇਲਾਕਾ ਹੈ, ਬਟਾਲੇ ਵਾਲਾ ਇਲਾਕਾ ਹੈ, ਦੈਟ ਵਾਜ਼ ਮੁਸਲਿਮ ਮੈਜੋਰਿਟੀ ਏਰੀਆ। ਠੀਕ ਹੈ। ਔਰ ਜੇ ਤੁਸੀਂ ਕਿਤਾਬ ਪੜ੍ਹੀ ਹੋਵੇ ਫਰੀडम ਐਟ ਮਿਡਨਾਈਟ, ਠੀਕ ਹੈ ਜੀ, ਤਾਂ ਇਹ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਇਲਾਕਾ ਹੈ, ਇਸ ਇਲਾਕੇ ਨੂੰ ਹਿੰਦੁਸਤਾਨ ਦੇ ਸ਼ਾਮਿਲ ਕਰਨ ਦਾ ਮਾਊਂਟ ਬੈਟਨ ਦਾ ਕੁਝ ਹਿੱਸਾ ਹੈ
और ਉਹਦੀ क्लोज रिलेशनशिप विद नेहरू ਉਹਦਾ ਕੁਛ ਹਿੱਸਾ ਹੈ। ਕਿਉਂ 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 ਇਹ ਇੰਪੋਰਟੈਂਟ ਸੀਗਾ? दैट इज़ ऑल्सो वेरी इंपॉर्टेंट। ठीक है, क्योंकि जे ਇਹ ਗੁਰਦਾਸਪੁਰ ਦਾ ਇਲਾਕੇ ਦੀਆਂ ਕੁਝ ਤਹਿਸੀਲਾਂ ਇਹ ਜੇ ਪਾਕਿਸਤਾਨ ਦੇ ਵਿੱਚ ਰਲ ਜਾਂਦੀਆਂ ਤਾਂ ਪਠਾਨਕੋਟ ਵੁੱਡ ਹੈਵ ਬਿਨ ਪਾਰਟ ਆਫ ਪਾਕਿਸਤਾਨ ਔਰ ਇੰਡੀਆ ਦਾ ਕਸ਼ਮੀਰ ਦੇ ਨਾਲ ਕੋਈ ਸਿੱਧਾ ਰਸਤਾ ਨਹੀਂ ਸੀ ਰਹਿਣਾ। ਐਂਡ ਇਟ ਇਜ਼ ਸੈਡ ਕਿ ਮੈਂ ਬਹੁਤ ਦੇਰ ਪਹਿਲਾਂ ਆਈ ਰਿਮੈਂਬਰ ਕਿ 25-30 ਸਾਲ ਪਹਿਲਾਂ ਕਿਤੇ ਇਟਸ ਮੋਰ ਦੈਨ ਦੈਟ ਈਵਨ, ਠੀਕ ਹੈ, ਜਦੋਂ ਮੈਂ ਪ੍ਰੀਡਮੈਂਟ ਮਿਡਨਾਈਟ ਕਿਤਾਬ ਪੜ੍ਹੀ ਸੀਗੀ ਤਾਂ ਉਹਦੇ 'ਚ ਕਿਤੇ ਮੈਂਸ਼ਨ ਮੈਨੂੰ ਯਾਦ ਹੈ ਮੈਂ ਪੜ੍ਹਿਆ ਸੀਗਾ ਇਹ, ਉਹਦੇ 'ਚ ਲਿਖਿਆ ਸੀ ਉਹਨੇ ਕਿ ਇਨ ਦਿਸ ਪਰਟੀਕੂਲਰ ਕੇਸ Nehru was somewhere responsible, was managed it in कि उन्हें रेडक्लिफ ने कहा कि this area should come to India, otherwise we will lose any direct contact with Kashmir. तो ये जड़ा हिस्सा हैगा that is how this is in India. मैं तुहानू गल दस रहा कि मैं पिछे जो गुरदासपुर गया ना तो कहते कि पहले तो मुस्लिम्स का बहुत इत्थे शोर शराबा सीगा 47 दे विच कि जी बहुत उन्होंने कत्लो गारत की थी। और जो 17 अगस्त को यह अनाउंस हो गया कि दिस इज गोइंग टू बी इन इंडिया, कहते फिर नहीं छड्डे। दसो, देखा जी कि नहीं बहादुरी दिखाई है कि जी असी मारते बंदे हो। देखा जी ना, मैं यही कहना कि यह बहादुरी की गल्लां नहीं, यह पॉलिटिक्स दी गल्लां ने। ठीक है, सो चलो आपां गल कर रहे सीगे पंजाब दी वंड दी गल कर रहे सीगे। सो दिस इज हाउ कि पंजाब दी वंड हुई और जिहड़ा ਨੂੰ ਪਹਿਲਾਂ ਸ਼ੁਰੂ 'ਚ ਦੱਸਿਆ ਸੀਗਾ ਕਿ ਵੈਸਟ ਪੰਜਾਬ that became part of Pakistan and ਈਸਟ ਪੰਜਾਬ that became part of India। ਠੀਕ ਹੈ ਜੀ, ਹੁਣ ਇੱਥੇ ਆਪਾਂ ਪਹੁੰਚ ਗਏ ਔਰ ਉਸ ਤੋਂ ਬਾਅਦ ਜਿਹੜੀ ਗੱਲ ਸ਼ੁਰੂ ਹੁੰਦੀ ਹੈ I think we have taken quite a long time। ਇਹ ਕੱਲ ਦੁਬਾਰਾ ਇਹਦਾ ਦੂਜਾ ਪਾਰਟ ਕਰਦੇ ਹਾਂ ਕਿ ਆਫਟਰ, ਠੀਕ ਹੈ ਜੀ, ਕਿਹੜੇ ਕਿਹੜੀਆਂ ਚੀਜ਼ਾਂ ਹੋਈਆਂ ਔਰ ਜਿਹਦੇ ਨਾਲ ਜਿਹੜਾ ਅੱਜ ਦਾ ਪੰਜਾਬ ਜਿਹਨੂੰ ਕਹਿੰਦੇ ਹਾਂ ਅਸੀਂ, ਮੈਂ ਪਹਿਲਾਂ ਕਿਹਾ ਸੀਗਾ ਇਹਨੂੰ ਪੰਜਾਬ ਕਹਿਣਾ ਮਿਸਨੋਮਰ ਹੈ ਕਿਉਂਕਿ 3 ਦਰਿਆ ਇੱਥੇ ਤਾਂ ਹੁਣ ਤੀਜਾ ਦਰਿਆ ਵੀ ਕੰਢੇ ਤੇ ਵਗਦਾ ਇਹਦੇ। ਠੀਕ ਹੈ ਜੀ, ਬੇਸਿਕਲੀ ਤਾਂ 2 ਹੀ ਦਰਿਆ ਨੇ, ਬਿਆਸ। ਠੀਕ ਹੈ ਜੀ, ਜਿਹੜਾ ਤੀਜਾ ਦਰਿਆ ਹੈ that is basically you can say which divides India and Pakistan और India पंजाब ਨੂੰ ਬਾਕੀ ਹਿੱਸਿਆਂ ਨਾਲ ਡਿਵਾਈਡ ਕਰਦਾ। ਠੀਕ ਹੈ, तो ਮੈਨੂੰ ਉਹ ਰਾਵੀ ਦੀ ਉਹ ਦੈਟ ਇਜ਼ ਰਾਵੀ ਦਰਿਆ, ਤੇ ਰਾਵੀ ਦਰਿਆ ਬਾਰੇ ਮੈਨੂੰ ਇੱਕ ਛੋਟੀ ਜਿਹੀ ਕਿਤੇ ਗੱਲ ਯਾਦ ਆ ਗਈ ਕਿ ਕਹਿੰਦਾ ਕੋਈ ਸੁਣ ਰਿਹਾ ਸੀ ਮੈਂ, ਕਹਿੰਦਾ ਜੀ ਰਾਵੀ ਦੇ ਵਿੱਚੋਂ ਨਿਕਲੀਆਂ 3 ਨਹਿਰਾਂ, 2 ਸੁੱਕੀਆਂ ਤੇ ਤੀਜੀ ਵਗਦੀ ਨਹੀਂ, ਤੇ ਜਿਹੜੀ ਵਗਦੀ ਨਹੀਂ ਉਹਦੇ 'ਚ ਨਹਾਉਣ ਗਏ 3 ਬਾਹਮਣ, 2 ਡੁੱਬ ਗਏ, 1 ਲੱਭਦਾ ਨਹੀਂ। ਜਿਹੜਾ ਲੱਭਦਾ ਨਹੀਂ ਉਹਦੇ ਕੋਲ 3 ਗਾਵਾਂ, 2 ਫੰਡਰ, 1 ਸੂੰਦੀ ਨਹੀਂ। ਸੂੰਦੀ ਨਹੀਂ ਉਹਨੇ ਦਿੱਤੇ 3 ਵੱਛੇ, 2 ਲੰਗੜੇ, ਤੀਜਾ ਉੱਠਦਾ ਨਹੀਂ। ਜਿਹੜਾ ਉੱਠਦਾ ਨਹੀਂ ਉਹਨੂੰ ਦੇਖਣ ਆਏ 3 ਸੁਨਿਆਰ, 2 ਅੰਧੇ, ਤੀਜੇ ਦੀਂਦਾ ਨਹੀਂ। ਦੇਖਿਆ ਜੀ, ਸੋ ਇਸ ਤਰੀਕੇ ਨਾਲ ਪੰਜਾਬੀ ਦੇ ਵਿੱਚ ਕਈ ਵਾਰੀ ਜਿਹੜਾ ਸੀਗਾ ਆਪਾਂ ਠੇਠਾਂ ਵੀ ਕਰ ਲੈਂਦੇ ਹਾਂ ਤੇ ਹੋਰ ਗੱਲਾਂ ਵੀ ਕਰ ਲੈਂਦੇ ਹਾਂ। ਤਾਂ ਚਲੋ ਆਪਾਂ ਇਸ ਗੱਲ ਨੂੰ ਫਿਰ ਕਿਤੇ ਅੱਗੇ ਵਧਾਵਾਂਗੇ। ਮੈਂ ਮਤਲਬ ਤਾਂ ਇਹ ਸੀ ਕਿ ਚਲੋ ਘੰਟੇ ਭਰ ਦਾ ਮੈਂ ਇੱਕ ਲੈਕਚਰ ਜਿਹਾ ਤੁਹਾਨੂੰ ਦੇ ਦਿੱਤਾ, ਬਟ ਆਈ ਥਿੰਕ ਫॉर द हिस्ट्री ऑफ पंजाब, ठीक है, these are the things you are supposed to understand and especially for PCS examination। मैं ਤੁਹਾਡੇ ਨਾਲ ਇਹਦੇ ਬਾਰੇ ਦੁਬਾਰਾ ਗੱਲ ਕਰਾਂਗਾ ਕਿ ਹੁਣ ਇਹ ਜਿਹੜਾ 1947 ਤੋਂ ਬਾਅਦ 1966 ਤੱਕ ਜਿਹੜਾ ਇਹ ਡਿਵੀਜ਼ਨ ਹੋਈ ਹੈ ਔਰ ਇਹ ਜਿਹੜਾ ਪੰਜਾਬ ਬਣਿਆ ਹੈ ਉਹਦੇ ਵਿੱਚ ਕੀ ਕੁਝ ਵਾਪਰਿਆ ਹੈ ਤੇ ਕੀ ਕੁਝ ਹੋਇਆ ਹੈ, ਆਪਾਂ ਅਗਲੇ ਪੋਰਸ਼ਨ 'ਚ ਗੱਲ ਕਰਦੇ ਹਾਂ। ਔਰ ਉਹਦੇ ਵਿੱਚ ਮੈਨੂੰ ਉਮੀਦ ਹੈ ਕਿ ਤੁਹਾਡੇ ਕਾਫੀ ਸਾਰੀ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਕਲੀਅਰ ਹੋ ਜਾਣਗੀਆਂ। ਸੋ ਅੱਜ ਇੰਨਾ ਹੀ, ਤੇ ਬਾਕੀ ਫਿਰ ਦੁਬਾਰਾ ਫਿਰ ਮਿਲਾਂਗੇ ਤੇ ਫਿਰ ਉਹਦੇ ਬਾਰੇ ਗੱਲ ਕਰਾਂਗੇ। ਸ਼ੁਕਰੀਆ।